ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਬਾਰਹ ਮਾਹਾ ਮਾਝ ਮਹੱਲਾ ਪੰਜਵਾ। ਘਰ ਚੌਥਾ। ਇਕ ਓੰਕਾਰ ਸਤ ਗੁਰ ਪ੍ਰਸਾਦ। ਵਾਹਿਗੁਰੂ ਜੀ। ਮੰਘਰ ਮਾਹਿ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ। ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਮੰਘਰ ਮਾਹੇ ਸੁਹੰਦੀਆਂ ਹਰ ਪਿਰਸੰਗ ਬੈਠੜੀਆਂ। ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ। ਸਾਧ ਜਨਾ ਤੇ ਬਾਹਰੀ ਸੇ ਰਹਿਨ ਇਕੇਲੜੀਆਂ। ਤਿਨ ਦੁਖ ਨਾ ਕਬਹੂ ਉਤਰੈ ਸੇ ਜਮ ਕੈ ਵਸ ਪੜੀਆਂ। ਜਿਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ। ਰਤਨ ਜਵੇ ਹਰ ਲਾਲ ਹਰ ਕੰਠ ਤਿਨਾ ਜੜੀਆਂ। ਨਾਨਕ ਬਾਛੈ ਧੂੜ ਤਿਨ ਪ੍ਰਭ ਸ਼ਰਣੀ ਦਰ ਪੜੀਆ। ਮਘਰ ਪ੍ਰਭ ਆਰਾਧਨਾ ਬਹੁੜ ਨ ਜਨਮੜੀਆ। ਨਾਨਕ ਬਾਛੈ ਧੂੜ ਤਿਨ ਪ੍ਰਭ ਸ਼ਰਣੀ ਦਰ ਪੜੀਆ। ਮਘਰ ਪ੍ਰਭ ਆਰਾਧਨਾ ਬਹੁੜ ਨ ਜਨਮੜੀਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜਦ ਆਪ ਸਾਵਧਾਨ ਤੇ ਇਕਾਗਰ ਚਿੱਤ ਹੋਏ ਜੁੜ ਮਿਲ ਬੈਠੇ ਹੋ ਪਾਤਸ਼ਾਹ ਗੁਰਦੇਵ ਜੀ ਦੀਆਂ ਬੇਅੰਤ ਮਹਿਰਮਤਾਂ ਤੇ ਵਡਿਆਈਆਂ ਜੋ ਸਤ ਸੰਗਤ ਵਿੱਚ ਸਦਾ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਤੇ ਧਾਰਨੀ ਹੋਇਓ। ਕਿਰਪਾਲਤਾ ਕਰਨਾ, ਆਪਣੇ ਨਿਰਮਲ ਹਿਰਦੇ ਚੋਂ ਅਰਦਾਸ ਕਰਨਾ ਜੋ ਗੁਰੂ ਪਾਤਸ਼ਾਹ ਸਾਹਿਬ ਜੀ ਰਹਿਮਤ ਕਰਨ। ਪਾਵਨ ਸ਼ਬਦ ਦੀ ਵਿਚਾਰ, ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣ। ਇੱਕ ਵਾਰ ਆਸੀਸ ਦਿੰਦਿਆਂ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ਼੍ਰੀ ਵਾਹਿਗੁਰੂ। ਗਰੀਬ ਨਿਵਾਸ ਘਟ ਘਟ ਕੇ ਵਾਸੀ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਜੋ ਸੱਚੇ ਪਾਤਸ਼ਾਹ ਸਾਹਿਬ ਜੀ ਨੇ ਕਿਰਪਾ ਕੀਤੀ ਹੈ।
ਸੰਪੂਰਨ ਰਹਿਣ ਆਪਣੇ ਹੀ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈਏ। ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਹੈ ਤੇ ਇਸ ਵਕਤ ਆਪਣੇ ਪਾਵਨ ਦਰਬਾਰ ਦੀ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ। ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਅੰਮ੍ਰਿਤ ਵੇਲੇ ਸਾਹਿਬ ਦੀ ਬਖਸ਼ਿਸ਼ ਦਾ ਦਰ ਖੁੱਲ੍ਹਦਾ ਹੈ। ਸਾਡੇ ਵਾਸਤੇ ਪਾਵਨ ਉਪਦੇਸ਼ ਸ਼੍ਰੀ ਮੁਖਵਾਕ ਦੇ ਰੂਪ ਵਿੱਚ ਮਿਲਦਾ ਹੈ। ਇਹ ਸਾਡੇ ਵਾਸਤੇ ਇੱਕ ਅਹਿਮ ਵਿਚਾਰ ਹੈ ਅੱਜ ਲਈ, ਤੇ ਨਾਲ ਹੀ ਨਾਲ ਸਾਡੇ ਦਿਲੋਂ ਦਿਮਾਗ 'ਚ ਜੋ ਸਾਡੀ ਬਣ ਰਹੀ ਸਮਾਜਿਕ ਧਾਰਾ ਦੇ ਵਿੱਚ ਜੋ ਸਮੇਂ ਦੀ ਵੰਡ ਦਾ ਸਿਲਸਿਲਾ ਜਿਹਨੂੰ ਕੈਲੰਡਰ ਕਹਿੰਦੇ ਨੇ, ਉਹਦੇ ਮੁਤਾਬਕ ਅੱਜ ਨਵੇਂ ਮਹੀਨੇ ਦੀ ਮੱਘਰ ਦੇ ਮਹੀਨੇ ਦੀ ਆਰੰਭਤਾ ਹੈ। ਇੱਥੇ ਸ਼ੁਕਰਾਨਾ ਕਰਦੇ ਹਾਂ, ਪਿਛਲਾ ਮਹੀਨਾ ਸਾਹਿਬ ਨੇ ਕਿਰਪਾ ਦੇ ਵਿੱਚ ਆਪਣੇ ਹੀ ਪਿਆਰ ਵਿੱਚ ਬਤੀਤ ਕਰਾਇਆ, ਤੇ ਅੱਜ ਦੇ ਦਿਨ ਸਾਨੂੰ ਇਹ ਜੋ ਸ਼੍ਰੀ ਮੁਖਵਾਕ ਮਿਲੇ ਨੇ, ਇਸ ਨੂੰ ਅਸੀਂ ਕਿਤੇ ਇਸ ਜੀਵਨ ਦਾ ਪੰਧ ਮੰਨ ਸਕੀਏ, ਆਧਾਰ ਮੰਨ ਸਕੀਏ। ਅੱਜ ਮਹਾਰਾਜ ਨੇ ਦੱਸਿਆ ਨਾ, ਆਪਣੇ ਆਉਂਦਿਆਂ ਦਰਸ਼ਨ ਕੀਤੇ ਹੋਣਗੇ, ਜਾਂਦਿਆਂ ਹੋਇਆਂ ਫਿਰ ਇੱਕ ਵਾਰ ਨਜ਼ਰ ਪਾ ਕੇ ਵਿਚਾਰਨ ਦਾ ਯਤਨ ਕਰਨਾ। ਮਹਾਰਾਜ ਨੇ ਬੜੇ ਪਿਆਰ ਨਾਲ ਸਾਨੂੰ ਆਪਣੇ ਬਾਰੇ ਦੱਸਿਆ, ਕਿਉਂਕਿ ਸਾਡਾ ਗੁਰੂ ਦੇ ਪ੍ਰਤੀ ਭਾਵ ਚਾਹੀਦਾ ਹੈ, ਤੇ ਗੁਰੂ ਦੇ ਰੂਪ ਵਿੱਚ ਗੁਰੂ ਕੀ ਸਰੂਪ ਧਾਰਨ ਕਰਦੇ ਨੇ। ਗੁਰ ਸਾਗਰ ਰਤਨੀ ਭਰਪੂਰੇ, ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ, ਹਰਸ ਚੋਗ ਚੁਗਹਿ ਪ੍ਰਭ ਭਾਵੈ, ਸਰਵਰ ਮਹਿ ਹੰਸ ਪ੍ਰਾਨ ਪਤ ਪਾਵੈ। ਜਿਵੇਂ ਸੰਸਾਰ ਦੇ ਸਰੋਵਰ ਦੇ ਵਿੱਚ ਹੰਸਾਂ ਨੂੰ ਜੀਵਨ ਮਿਲਦਾ ਹੈ, ਹੰਸ ਉੱਥੋਂ ਆਪਣੀ ਖੁਰਾਕ ਲੱਭ ਲੈਂਦੇ ਨੇ, ਇਸੇ ਤਰ੍ਹਾਂ ਆਹ ਸਤ ਸੰਗਤ ਰੂਪੀ ਸਰੋਵਰ ਹੈ। ਇੱਥੋਂ ਹੰਸ ਬਿਰਤੀਆਂ ਦੇ ਗੁਰਮੁਖ ਜਨ ਗੁਰੂ ਦੀ ਬਾਣੀ ਦੇ ਸਦਕੇ ਵਾਹਿਗੁਰੂ ਜੀ ਦੇ ਨਾਮ ਦੀ ਖੁਰਾਕ ਪ੍ਰਾਪਤ ਕਰ ਲੈਂਦੇ ਨੇ। ਆ ਜਿਤਨੇ ਵੀ ਜੀ ਸਾਡੇ ਤੋਂ ਪਹਿਲਾਂ ਇੱਥੇ ਆਏ, ਦਰਸ਼ਨ ਪ੍ਰਸ਼ਨ ਕੀਤੇ, ਗੁਰੂਦੇਵ ਦੇ ਚਰਨਾਂ 'ਚ ਨਤਮਸਤਕ ਹੋਏ, ਕੁਝ ਨਾ ਕੁਝ ਖੁਰਾਕ ਦੇ ਰੂਪ 'ਚ ਲੈ ਕੇ ਗਏ ਨੇ ਨਾ, ਕੁਝ ਨਾ ਕੁਝ ਚੋਗਾ ਤੇ ਚੁਗਿਆ ਹੋਏਗਾ। ਅਸੀਂ ਬੈਠੇ ਹਾਂ, ਅਸੀਂ ਵੀ ਤੇ ਨਾਮ ਦਾ ਚੋਗਾ ਚੁਗਣ ਲਈ ਹੀ ਤੇ ਬੈਠੇ ਹਾਂ। ਕਿਤਨਾ ਮਿਲ ਸਕੇਗਾ, ਕਿਤਨਾ ਚੁਗ ਸਕਾਂਗੇ, ਸਾਡਾ ਭਾਈ ਆਪੋ ਆਪਣਾ। ਇਹ ਤੇ ਭਰਿਆ ਹੋਇਆ ਭੰਡਾਰ ਹੈ। ਦੇਰ ਰਾਤਰੀ ਤੱਕ ਸੰਗਤਾਂ ਨੇ ਆਉਣਾ ਹੈ। ਹਰ ਇੱਕ ਨੇ ਆਪਣੇ ਆਪਣੇ ਸਮਰੱਥਾ ਦੇ ਮੁਤਾਬਕ, ਆਪਣੀ ਆਪਣੀ ਪਾਤਰਤਾ ਦੇ ਮੁਤਾਬਕ ਇੱਥੋਂ ਕੁਝ ਨਾ ਕੁਝ ਲੈ ਜਾਣਾ ਹੈ। ਅਸੀਂ ਵੀ ਉਸੇ ਹੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਲਈ ਬੈਠਦੇ ਹਾਂ, ਕਿਉਂਕਿ ਅੱਜ ਅਸੀਂ ਮੱਘਰ ਦੇ ਮਹੀਨੇ ਦੀ ਆਰੰਭਤਾ ਦੀ ਗੱਲ ਕਰਦੇ ਹਾਂ, ਜਿਹਨੂੰ ਆਪਾਂ ਸੰਗਰਾਂਦ ਕਹੀ ਨਹੀਂ ਹੁੰਦੇ। ਅਤੇ ਸਾਡੇ ਵਿੱਚ ਇੱਕ ਪਰੰਪਰਾਵਾਂ ਨੇ ਕਿ ਇਸ ਦਿਨ 12 ਮਾਹ ਦੀ ਪਾਵਨ ਬਾਣੀ ਦੀ ਵਿਚਾਰ ਹੁੰਦੀ ਹੈ, ਪਾਠ ਹੁੰਦਾ ਹੈ। ਇਹਦਾ ਮਤਲਬ ਹੈ ਕਿ ਅਸੀਂ ਹਰ ਮਹੀਨੇ ਇੱਕ ਸਬਕ ਪ੍ਰਾਪਤ ਕਰਨਾ ਹੁੰਦਾ ਹੈ। ਜਿਵੇਂ ਆ ਜਮਾਤਾਂ 'ਚ ਪੜ੍ਹਦਿਆਂ ਇੱਕ ਦਿਨ ਦੇ ਕਈ ਘੰਟੇ, ਜਿਹਨੂੰ ਪੀਰੀਅਡਸ ਕਹਿੰਦੇ ਸਾਂ, ਪਹਿਲਾ ਦੂਜਾ ਤੀਜਾ, ਕਦੇ ਹਿਸਾਬ ਪੜ੍ਹਦੇ, ਕਦੇ ਗਣਿਤ ਪੜ੍ਹਦੇ, ਕਦੇ ਇਤਿਹਾਸ ਭੂਗੋਲ ਅੰਗਰੇਜ਼ੀ ਪੰਜਾਬੀ, ਅਲੱਗ-ਅਲੱਗ ਸਮਿਆਂ 'ਤੇ ਪੜ੍ਹਦੇ। ਪਰ ਉਹਦਾ ਮਤਲਬ ਕੇਵਲ ਉਹ 30-40 ਮਿੰਟ ਹੀ ਨਹੀਂ ਹੁੰਦਾ ਨਾ। ਉਹ ਜੋ ਅੱਜ 30-40 ਮਿੰਟ ਪੜ੍ਹਨਾ ਹੁੰਦਾ ਹੈ, ਉਹ ਸਾਰਾ ਸਾਲ ਕੰਮ ਆਉਂਦਾ ਹੈ, ਔਰ ਐਗਜ਼ਾਮੀਨੇਸ਼ਨ ਦੇ ਵਿੱਚ ਉਹਦੀ ਪਤਾ ਨਹੀਂ ਕਦੋਂ ਲੋੜ ਪੈ ਜਾਣੀ ਆ। ਇਸ ਕਰਕੇ ਉਹ ਸਾਰੀ ਜਮਾਤ ਦਾ, ਸਾਰੀ ਜ਼ਿੰਦਗੀ ਦਾ ਸਬਕ ਬਣ ਜਾਂਦਾ ਹੈ। ਅਧਿਆਪਕ ਦੇ ਬੋਲੇ ਹੋਏ ਕੁਝ ਬੋਲ ਪਤਾ ਨਹੀਂ ਉਸਨੇ ਕਿਸ ਦਿਨ ਬੋਲੇ ਨੇ, ਅਤੇ ਜੀਵਨ ਵਿੱਚ ਕਦੋਂ ਕੰਮ ਆਉਣੇ ਨੇ ਤੇ ਪਤਾ ਨਹੀਂ ਨਾ। ਇਸ ਕਰਕੇ ਸਿਆਣੇ ਵਿਦਿਆਰਥੀ ਹਰ ਆਪਣੇ ਅਧਿਆਪਕ ਦੇ ਹਰ ਬੋਲ ਨੂੰ ਸਾਂਭਣ ਦਾ ਯਤਨ ਕਰਦੇ ਨੇ, ਦਿਲੋਂ ਦਿਮਾਗ ਕਰਕੇ। ਪਤਾ ਨਹੀਂ ਕਦੋਂ ਕਿਹੜਾ ਬੋਲਿਆ ਹੋਇਆ ਬੋਲ ਅਧਿਆਪਕ ਦਾ ਚੇਤੇ ਆ ਜਾਣਾ ਚਾਹੀਦਾ ਹੈ। ਐਗਜ਼ਾਮੀਨੇਸ਼ਨ 'ਚ ਕੰਮ ਆ ਜਾਏਗਾ, ਜ਼ਿੰਦਗੀ ਦੇ ਇਮਤਿਹਾਨਾਂ 'ਚ ਕੰਮ ਆ ਜਾਏਗਾ। ਗਾਹੇ ਬਗਾਹੇ ਅੱਜ ਵੀ ਅਸੀਂ ਆਪਣੇ ਵਡੇਰਿਆਂ ਤੋਂ ਕਈ ਵਾਰ ਸੁਣਦੇ ਨੇ, ਸਾਡੇ ਅਧਿਆਪਕ, ਸਾਡੇ ਮਾਸਟਰ ਇੱਦਾਂ ਕਹਿੰਦੇ ਸਨ। ਦਾ ਮਤਲਬ ਉਦੋਂ ਬਚਪਨ 'ਚ ਬੋਲੇ ਹੋਏ ਬੋਲ
ਅੱਜ ਵੀ ਉਹਨਾਂ ਦੇ ਜੇਹਨ ਵਿੱਚ ਨੇ। ਇਹਦਾ ਮਤਲਬ ਹੈ ਕਿ ਮਹਾਰਾਜ ਦਾ ਹਰ ਬੋਲ ਜੋ ਕਦੇ ਵੀ ਸਾਨੂੰ ਮਿਲਦਾ ਹੈ, ਜ਼ਿੰਦਗੀ ਦੇ ਅਹਿਮ ਮੋੜ 'ਤੇ ਪਤਾ ਨਹੀਂ ਕਦੋਂ ਕੰਮ ਆਉਣਾ ਹੈ। ਅਤੇ ਪਾਵਨ 12ਵਾਂ ਬਾਣੀ ਦੇ ਵਿਚਾਰ ਨੂੰ ਸਮਝ ਸਕੀਏ। ਆਮ ਤੌਰ 'ਤੇ ਇਹਦਾ ਅਰਥ ਕੀਤਾ ਜਾਂਦਾ ਕਿ ਕੇਵਲ ਮਹੀਨੇ ਪ੍ਰਤੀ ਹੀ ਇਹਦਾ ਭਾਵ ਲਿਆ ਜਾਂਦਾ ਹੈ, ਪਰ ਜਦੋਂ ਹੌਲੀ ਹੌਲੀ ਅਸੀਂ ਟੀਕਾਕਾਰੀ ਦੇ ਅਗਲੇ ਪੱਖ 'ਤੇ ਜੋ ਭਾਵਨਾਤਮਕ ਅਤੇ ਦਾਰਸ਼ਨਿਕਤਾ ਨਾਲ ਭਰੀ ਹੋਈ ਵਿਚਾਰ ਹੁੰਦੀ ਹੈ, ਉਹਦੇ ਵਿੱਚ ਪ੍ਰਵੇਸ਼ ਕਰਦੇ ਹਾਂ ਅਤੇ ਫਿਰ ਅਸੀਂ ਇਸ ਵਿਚਾਰ ਨੂੰ ਜੀਵਨ ਦੇ ਨਾਲ ਸੰਬੰਧਿਤ ਕਰ ਬੈਠਦੇ ਹਾਂ। ਨਹੀਂ ਤਾਂ ਆਖਰੀ ਟੀਕਾਕਾਰੀ ਵਿੱਚ ਅਸੀਂ ਇਹੀ ਕਰਾਂਗੇ ਵੀ ਅੱਖਰੀ ਅਰਥ ਕਰ ਲਏ ਅਤੇ ਅੱਖਰੀ ਅਰਥਾਂ 'ਚੋਂ ਅੱਗੇ ਚਲੇ ਗਏ, ਪਰ ਅਸੀਂ ਅੱਖਰਾਂ ਤੱਕ ਸੀਮਿਤ ਨਹੀਂ ਰੱਖਣਾ। ਅੱਖਰੀ ਅਰਥਾਂ ਦੇ ਵਿੱਚ ਜੋ ਕੁਛ ਬਹੁਤ ਚੰਗਾ ਹੈ, ਪਰ ਮਤਲਬ ਤੇ ਜੀਵਨ ਲਈ ਹੈ। ਅਤੇ ਅੱਖਰੀ ਅਰਥਾਂ 'ਚ ਲਿਖਿਆ ਗਿਆ ਮਘਰ ਮਾਹੇ ਸੁਹੰਦੀਆਂ। ਆਖਰੀ ਅਰਥ ਇਹੀ ਹੈ ਕਿ ਮਘਰ ਦੇ ਮਹੀਨੇ ਵਿੱਚ ਸ਼ੋਭਾ ਪਾਉਂਦੀਆਂ ਨੇ। ਕਿੱਥੇ ਸ਼ੋਭਾ ਪਾਉਂਦੀਆਂ ਨੇ, ਕੌਣ ਸ਼ੋਭਾ ਪਾਉਂਦੇ? ਸਵਾਲ ਉੱਠਣਗੇ ਨਾ, ਕਿ ਜੀਵਨ ਦੇ ਵਿੱਚ ਸਾਡੇ ਵਿੱਚ ਹਰ ਕੋਈ ਜੀ ਚੰਗਾ ਲੱਗਣਾ ਚਾਹੁੰਦਾ, ਸ਼ੋਭਾ ਪ੍ਰਾਪਤ ਹੁੰਦੀ ਹੈ। ਅਤੇ ਮਹਾਰਾਜ ਨੇ ਕਿਹਾ ਮਘਰ ਮਾਹੇ ਸੁਹੰਦੀਆਂ, ਮਘਰ ਦੇ ਮਹੀਨੇ ਵਿੱਚ ਸ਼ੋਭਾ ਪ੍ਰਾਪਤ ਹੁੰਦੀ ਹੈ। ਕਿਹਨਾਂ ਨੂੰ? ਹਰ ਪਿਰਸੰਗ ਬੈਠੜੀਆਂ। ਜਿਹੜੇ ਜੀ ਆਪਣੇ ਵਾਹਿਗੁਰੂ ਪ੍ਰੀਤਮ ਜੀ ਦੇ ਨਾਲ ਉਹਦੇ ਦਰ 'ਤੇ ਬੈਠੇ ਨੇ, ਉਹਨਾਂ ਨੂੰ ਜੀਵਨ ਵਿੱਚ ਸ਼ੋਭਾ ਪ੍ਰਾਪਤ ਹੁੰਦੀ ਹੈ। ਇਹਦਾ ਮਤਲਬ ਹੈ ਜੀਵਨ ਦੇ ਵਿੱਚ ਜਿਹੜੇ ਸੱਚੇ ਸਾਹਿਬ ਦੇ ਦਰ 'ਤੇ ਆ ਜਾਂਦੇ ਨੇ, ਉਹਨਾਂ ਦੀ ਹੀ ਸਦੀਵੀ ਸ਼ੋਭਾ ਹੁੰਦੀ ਹੈ। ਅਸੀਂ ਸ਼ੋਭਾ ਦਾ ਮਤਲਬ ਵਡਿਆਈ ਵੀ ਮੰਨਦੇ ਆ ਨਾ, ਸੁੰਦਰਤਾ ਵੀ ਮੰਨਦੇ ਆ, ਸੋਹਣੇ ਲੱਗਦੇ ਨੇ, ਸ਼ੋਭਾ ਪਾਉਂਦੇ ਨੇ। ਅਤੇ ਅਸੀਂ ਪੜ੍ਹੇ ਆ ਮਹਾਰਾਜ ਕੋਲ, ਭਗਤ ਤੇਰੇ ਮਨ ਭਾਵੰਦੇ ਦਰ ਸੋਹਨ ਕੀਰਤ ਗਾਵੰਦੇ। ਜਿਹੜੇ ਤੇਰੇ ਦਰ 'ਤੇ ਬੈਠੇ ਨੇ ਉਹ ਸ਼ੋਭਾ ਪਾਉਂਦੇ ਨੇ। ਅਸੀਂ ਪੜ੍ਹੇ ਤਿਨਕੀ ਸ਼ੋਭਾ ਕਿਆ ਗਣੀ। ਹੁਣ ਉਹਨਾਂ ਦੀ ਸ਼ੋਭਾ ਕੀ ਗਿਣਤੀ ਮਿਣਤੀ ਕਰਾਂਗੇ? ਅਸੀਂ ਇੱਕ ਦੂਜੇ ਦੇ ਬਾਰੇ 'ਤੇ ਇੱਕ ਦਾ ਗੁਣ ਅਵਗੁਣ ਦੱਸ ਦਿਆਂਗੇ ਵੀ ਇੱਦਾਂ ਦੇ ਗੁਣ ਨੇ, ਇੱਦਾਂ ਦੇ ਅਵਗੁਣ ਨੇ, ਭਾਈ ਆ ਚੰਗਾ ਬੋਲ ਹੈ, ਆ ਮੰਦਾ ਬੋਲ ਹੈ। ਪਰ ਜਿਹੜੇ ਸੱਚੇ ਸਾਹਿਬ ਦੇ ਨਾਲ ਜੁੜ ਗਏ ਨੇ, ਉਹਨਾਂ ਦੀ ਸ਼ੋਭਾ ਵਡਿਆਈ ਨੂੰ ਅਸੀਂ ਗਿਣਤੀ ਮਿਣਤੀ ਵਿੱਚ ਪਾ ਕੇ ਨਹੀਂ ਦੱਸ ਸਕਦੇ। ਜਿਵੇਂ ਮੋਟੇ ਤੌਰ 'ਤੇ ਅਸੀਂ ਕਹੀਏ, ਜਗਤ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਜੁੜੇ ਨੇ। ਕੀ ਦੱਸ ਪਾਵਾਂਗੇ ਕਿ ਭਾਈ ਮਰਦਾਨਾ ਜੀ ਦੀ ਕਿਤਨੀ ਵੱਡੀ ਸ਼ੋਭਾ ਹੈ। ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਨਾਲ ਭਾਈ ਮਨਸੁਖ ਜੀ, ਭਾਈ ਭਗੀਰਥ ਜੀ ਇਸ ਸਮੇਂ ਦੇ ਮੁਤਾਬਕ ਆ ਕੇ ਜੁੜੇ ਨੇ। ਬਾਬਾ ਬੁੱਢਾ ਸਾਹਿਬ ਜੀ ਆ ਕੇ ਜੁੜੇ ਨੇ, ਇਹ ਸਾਹਿਬ ਦੇ ਦਰ 'ਤੇ ਟਿਕੇ ਨੇ। ਕੀ ਦੱਸ ਪਾਵਾਂਗੇ? ਸਾਡੇ ਕੋਲ ਕੋਈ ਗਿਣਤੀ ਮਿਣਤੀ ਪੈਮਾਨਾ ਹੈ ਕਿ ਭਾਈ ਮਨਸੁਖ ਦੀ ਕਿਤਨੀ ਸ਼ੋਭਾ ਹੈ, ਕਿਤਨੀ ਵਡਿਆਈ ਹੈ। ਬੇਸ਼ੱਕ ਅਸੀਂ ਉਹਨਾਂ ਦੀ ਕੋਈ ਤਸਵੀਰ ਇਹੋ ਜਿਹੀ ਨਹੀਂ ਬਣਾ ਪਾਵਾਂਗੇ, ਇਹੋ ਜਿਹੀ ਤਸਵੀਰ ਸਾਡੇ ਕੋਲ ਨਹੀਂ ਹੈ ਵੀ ਜਿਹਦੇ ਵਿੱਚ ਸੁੰਦਰ ਰੰਗ ਭਰੇ ਹੋਣ। ਪਰ ਜਿਹੜੀ ਸੁੰਦਰ ਤਸਵੀਰ ਭਾਈ ਮਨਸੁਖ ਜੀ ਦੀ, ਭਾਈ ਭਗੀਰਥ ਜੀ ਦੀ ਗੁਰਮੁਖ ਹਿਰਦਿਆਂ ਦੇ ਵਿੱਚ ਹੈ, ਸ਼ਾਇਦ ਹਰ ਗੁਰਸਿੱਖ ਚਾਹੁੰਦਾ ਹੈ ਕਿ ਮੈਨੂੰ ਇੱਕ ਮਨਸੁਖ ਵਾਲਾ ਮਾਣ ਮਿਲ ਜਾਏ, ਮੈਨੂੰ ਭਗੀਰਥ ਵਾਲਾ ਮਾਣ ਮਿਲ ਜਾਏ, ਮੈਨੂੰ ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦੇ ਜਿਹੜੇ ਪਿਆਰੇ ਨੇ, ਬਾਬਾ ਅਜਿੱਤਾ ਰੰਧਾਵਾ ਨੇ, ਇਹੋ ਜਿਹਾ ਮਾਣ ਮਿਲ ਜਾਏ ਜਿਨ੍ਹਾਂ ਦੇ ਨਾਲ ਗੁਰੂ ਨਾਨਕ ਪਾਤਸ਼ਾਹ ਗੱਲਬਾਤ ਕਰਦੇ ਨੇ, ਬਚਨ ਵਿਲਾਸ ਕਰਦੇ ਨੇ, ਹਾਸਾ ਖੇਡਾ ਵੀ ਕਰ ਲੈਂਦੇ ਨੇ। ਹੁਣ ਕਿੰਨੇ ਕੁ ਵੱਡੇ ਨੇ, ਅਸਾਂ ਦੇ ਕੋਲ ਕੋਈ ਪੈਮਾਨਾ ਨਹੀਂ, ਪਰ ਇਤਨਾ ਕਹਿੰਦੇ ਆ ਵੀ ਇਹਨਾਂ ਤੋਂ ਵੱਡੇ ਲੱਭਣਾ ਸਾਡੇ ਲਈ ਔਖਾ ਹੈ। ਅਸੀਂ ਇਤਿਹਾਸ ਦੀ ਪੁਨਛਾਣ ਕਰਾਂਗੇ, ਵੱਡੇ ਤੋਂ ਵੱਡੇ ਮਨੁੱਖਾਂ ਦੀ, ਗੁਣਵਾਨਾਂ ਦੀ ਅਤੇ ਭਾਗਵਾਨਾਂ ਦੀ, ਜਿਹਨੂੰ ਅਸੀਂ ਭਾਗਾਂ ਵਾਲੇ ਕਹਿੰਦੇ ਆ, ਉਹਨਾਂ ਦੀ ਤਲਾਸ਼ ਵੀ ਕਰਾਂਗੇ। ਪਰ ਕੀ ਇਹਨਾਂ ਭਾਈ ਮਰਦਾਨਾ ਜੀ ਤੋਂ ਵੱਡੇ ਕਿਸੇ ਭਾਗ ਅਸੀਂ ਲੱਭ ਪਾਵਾਂਗੇ? ਸ਼ਾਇਦ ਇਸੇ ਕਰਕੇ ਮਹਾਰਾਜ ਨੇ ਇੱਕ ਥਾਂ 'ਤੇ ਜ਼ਿਕਰ ਵੀ ਕੀਤਾ ਹੈ। ਜਦੋਂ ਕਿਤੇ ਸਮਾਂ ਲੱਗੇ ਆਪ ਜੀ ਨੂੰ, ਸੁਰ ਠਰਾ ਕੀ ਵਾਰ ਦੇ ਵਿੱਚ ਇੱਕ ਪੌੜੀ ਆਉਂਦੀ ਹੈ ਜਿਸ 'ਚ ਮਹਾਰਾਜ ਨੇ ਲੋਕਾਂ ਦੇ ਭਾਗਾਂ ਦੇ ਬਾਰੇ ਚਰਚਾ ਕੀਤੀ। ਬਈ ਸਾਧੂਆਂ ਸੰਤਾਂ ਦੇ ਚੰਗੇ ਭਾਗ ਨੇ, ਅਸੀਂ ਕਹਿੰਦੇ ਹਾਂ ਜਿਹੜੇ ਅਮੀਰ ਨੇ, ਰਾਜੇ ਨੇ, ਬੜੇ ਚੰਗੇ ਭਾਗ ਨੇ, ਜਿਨ੍ਹਾਂ ਕੋ ਘਰ ਸੁੱਖ ਸੁਵਿਧਾਵਾਂ ਬਹੁਤ ਨੇ, ਬੜੇ ਭਾਗਾਂ ਵਾਲੇ ਨੇ। ਅਸੀਂ ਇੱਦਾਂ ਹੀ ਕਹਿੰਦੇ ਨੇ ਕਿ ਫਲਾਣੇ ਦੇ ਬੜੇ ਭਾਗ ਚੰਗੇ ਨੇ ਭਾਈ, ਬੜਾ ਘਰ ਵਧੀਆ ਬਣਿਆ,
ਬੜੀ ਅਮੀਰੀ ਹੈ, ਉੱਚਾ ਰੁਤਬਾ ਅਹੁਦਾ ਮਿਲਿਆ, ਬੜੇ ਭਾਗਾਂ ਵਾਲੇ ਨੇ। ਕਿਸੇ ਘਰ ਪਰਿਵਾਰ ਦਾ ਕਾਰ ਵਿਹਾਰ ਚੰਗਾ ਹੋਵੇ, ਧੀਆਂ ਪੁੱਤਰ ਚੰਗੇ ਹੋਣ, ਅਸੀਂ ਕਹਿੰਦੇ ਭਾਈ ਫਲਾਣਾ ਬੰਦਾ ਬੜੇ ਭਾਗਾਂ ਵਾਲਾ ਹੈ। ਪਰ ਗੁਰੂ ਨਾਨਕ ਪਾਤਸ਼ਾਹ ਪਾਵਨ ਬਾਣੀ 'ਚ ਕਹਿੰਦੇ ਸਭ ਤੋਂ ਵੱਡੇ ਭਾਗ, ਹੁਣ ਕਦੇ ਕਲਪਨਾ ਕਰਨਾ ਕਿਹਦੇ ਹੋਣਗੇ। ਅਸੀਂ ਤਾਂ ਸੰਸਾਰ 'ਚ ਲੱਭਦੇ ਫਿਰਦੇ ਆ, ਜਿਹਦਾ ਘਰ ਵੱਡਾ ਬੜੇ ਵੱਡੇ ਭਾਗ, ਜਿਹਦਾ ਧਨ ਵੱਡਾ ਬੜੇ ਵੱਡੇ ਭਾਗ, ਪੜ੍ਹਾਈ ਲਿਖਾਈ ਬੜੇ ਵੱਡੇ ਭਾਗ, ਮੰਤਰੀ ਬਣ ਗਿਆ ਬੜੇ ਵੱਡੇ ਭਾਗ। ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਨਹੀਂ, ਸਭ ਤੋਂ ਵੱਡੇ ਭਾਗ ਗੁਰਸਿੱਖਾਂ ਕੇ। ਗੁਰਸਿੱਖਾਂ ਦੇ ਭਾਗ ਸਭ ਤੋਂ ਵੱਡੇ ਨੇ। ਪਤਾ ਕਿਉਂ? ਗੁਰੂ ਮਿਲੇ ਹੋਏ ਨੇ, ਗੁਰੂ ਦੇ ਨਾਲ ਬੈਠਦੇ ਨੇ, ਗੁਰੂ ਦੇ ਨਾਲ ਗੱਲਬਾਤ ਕਰ ਲੈਂਦੇ ਨੇ, ਗੁਰੂ ਦੇ ਪਿਆਰੇ ਨੇ, ਗੁਰੂ ਦੇ ਸਿੱਖ ਨੇ। ਇਹਨਾਂ ਤੋਂ ਵੱਡੇ ਭਾਗ ਕਿਹਦੇ ਲੱਭਦੇ ਹੋ? ਤੇ ਉਸ ਨਜ਼ਰੀਏ 'ਚੋਂ ਫਿਰ ਫਖਰ ਜਿਹਾ ਨਹੀਂ ਹੁੰਦਾ ਕਿਸੇ ਵੱਡੇ ਭਾਗਾਂ ਵਾਲੇ ਆ। ਅਸੀਂ ਵੱਡੇ ਭਾਗਾਂ ਵਾਲੇ ਆ। ਵੱਡੇ ਭਾਗਾਂ ਦੇ ਸਦਕੇ ਅੱਜ ਸਾਨੂੰ ਆਹ ਸੰਗਤ ਮਿਲੀ ਹੈ। ਅਸੀਂ ਕਦੇ ਕਦੇ ਕੀਰਤਨ 'ਚ ਸੁਣਿਆ ਹੋਣਾ, ਪਿਆਰੇ ਨੇ ਪਾਠ ਕਰਦੇ, ਸਹਿਜ ਪਾਠ ਕਰਦੇ, ਪੜ੍ਹੇ ਭਾਗ ਹੋਆ ਗੁਰਸੰਤ ਮਿਲਾਇਆ। ਭਾਗ ਹੋਏ ਸਾਡੇ, ਵੱਡੇ ਭਾਗ ਨੇ, ਗੁਰਸੰਤ ਮਿਲੇ। ਤੇ ਗੁਰਸੰਤ ਨੇ ਕੀ ਦਿੱਤਾ? ਪ੍ਰਭ ਅਬਨਾਸ਼ੀ ਘਰ ਮੈਂ ਪਾਇਆ। ਇਸ ਕਰਕੇ ਭਾਈ ਦੁਨੀਆ ਦੇ ਵਿੱਚ ਭਟਕਣ ਵਿਚਰਨ ਵਾਲਿਆਂ ਨੂੰ ਗੱਲ ਸਮਝ ਆ ਜੇ ਸਾਨੂੰ ਕਿ ਸਾਡੇ ਵੱਡੇ ਵੱਡੇ ਭਾਗ ਨੇ। ਇਸ ਨਜ਼ਰੀਏ ਤੋਂ ਜਦੋਂ ਅਸੀਂ ਹੋਰ ਅੱਗੇ ਜਾਂਦੇ ਹਾਂ ਤੇ ਫਿਰ ਇੱਕ ਝੋਰਾ ਮਿਟ ਜਾਂਦਾ ਹੈ। ਲੋਕ ਕਹਿੰਦੇ ਨੇ ਦੇਖੋ ਜੀ ਕਲਯੁਗੀ ਜੀਵ ਹਾਂ, ਕਲਯੁਗ ਦੇ ਵਿੱਚ ਹਾਂ, ਕੀ ਕਰੀਏ। ਚੰਗਾ ਹੈ, ਬਾਹਰ ਲੱਗਦਾ ਹੈ ਸੰਸਾਰ ਦਾ ਕਲਯੁਗ ਹੈ, ਨਿੰਦਾ ਚੁਗਲੀ ਦੁਆਇਸ਼ ਨਾਲ ਭਰਿਆ ਹੋਇਆ ਜ਼ਮਾਨਾ ਹੈ। ਇੱਥੇ ਕਿਧਰੇ ਸੱਚ ਸੰਤੋਖ ਵਾਲੀ ਗੱਲ ਲੱਭਦੀ ਨਹੀਂ। ਇੱਦਾਂ ਲੱਗਦਾ ਨਾ ਦੁਨੀਆ ਦੇ ਵਿੱਚ, ਪਰ ਆਪ ਨੂੰ ਪਤਾ ਹੈ ਇਹਦੇ ਵਿੱਚ ਅੰਮ੍ਰਿਤ ਵੀ ਹੈ। ਅਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ 'ਚ ਬੈਠਾਂਗੇ ਅਤੇ ਫਿਰ ਅਸੀਂ ਪਤਾ ਕੀ ਕਹਾਂਗੇ? ਕਲਯੁਗ ਉੱਤਮੋ ਜੁਗਾ ਮਾਹੇ। ਉਹ ਭਾਈ ਕਲਯੁਗ ਤੇ ਸਭ ਤੋਂ ਉੱਤਮ ਜੇ। ਪੁੱਛਿਆ ਕਿਉਂ? ਸਾਨੂੰ ਗੁਰੂ ਨਾਨਕ ਮਿਲੇ ਕਲਯੁਗ 'ਚ ਮਿਲੇ ਨੇ ਨਾ। ਸਾਡੇ ਬਜ਼ੁਰਗਾਂ ਨੂੰ ਵੀ ਗੁਰੂ ਨਾਨਕ ਬਖਸ਼ਿਸ਼ ਮਿਲੀ ਕਲਯੁਗ 'ਚ ਮਿਲੀ ਹੈ ਨਾ। ਆ ਸਾਡੀਆਂ ਪੀੜ੍ਹੀਆਂ ਨੂੰ, ਸਾਡੇ ਪਰਿਵਾਰਾਂ ਨੂੰ, ਸਾਡੇ ਗੁਰਸਿੱਖਾਂ ਨੂੰ ਗੁਰੂ ਨਾਨਕ ਦਸ਼ਮੇਸ਼ ਦੀ ਸੰਗਤ ਮਿਲੀ ਹੈ। ਸਭ ਤੋਂ ਲੰਮੇਰਾ ਸਮਾਂ 250 ਸਾਲ ਗੁਰੂ ਨਾਨਕ ਜੋਤ ਨੇ ਸਰੀਰ ਕਰਕੇ ਸਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ ਅਤੇ ਸਦਾ ਵਾਸਤੇ ਸ਼ਬਦ ਰੂਪ ਹੋ ਕੇ ਸਾਡੇ ਹਿਰਦਿਆਂ ਥਾਂ ਲਿਓ ਨੇ। ਹੋਰ ਕਿਹੜਾ ਯੁੱਗ ਉੱਤਮ ਲੱਭਦੇ ਹੋ? ਮਹਾਰਾਜ ਕਹਿੰਦੇ ਕਿ ਸਤਿਯੁਗ ਤ੍ਰੇਤਾ ਦੁਆਪਰ ਭਣੀਐ। ਲੋਕ ਸਤਿਯੁਗ ਦੀਆਂ ਗੱਲਾਂ ਚੰਗੀਆਂ ਕਰਦੇ ਨੇ, ਤ੍ਰੇਤਾ ਅਤੇ ਦੁਆਪਰ ਵੀ ਚੰਗੇ ਨੇ, ਪਰ ਭਾਈ ਕਲਯੁਗ ਉੱਤਮੋ ਜੁਗਾਵਾਂ ਹੈ। ਕਲਯੁਗ ਬੜਾ ਚੰਗਾ ਜੇ। ਸਾਨੂੰ ਗੁਰੂ ਨਾਨਕ ਦੀ ਸੰਗਤ ਮਿਲੀ ਹੈ। ਹੁਣ ਅਗਲੀ ਗੱਲ ਹੈ, ਗੁਰੂ ਨਾਨਕ 'ਤੇ ਮਿਲੇ, ਗੁਰੂ 'ਤੇ ਮਿਲੇ, ਪਿਆਰ ਮਿਲੇ ਹੈ, ਗੁਰਸੰਗਤ ਮਿਲੀ ਹੈ। ਹੁਣ ਸਾਡੇ 'ਚੋਂ ਕਿਸੇ ਬਹੁਤਿਆਂ ਬਾਹਰਲੇ ਦੀ ਗੱਲ ਨਾ ਕਰੀਏ, ਜਿਹੜੇ ਪ੍ਰਭੂ ਜੀ ਦੇ ਆਪਣੇ ਸਾਹਿਬ ਜੀ ਦੇ ਦਰ 'ਤੇ ਆ ਗਏ, ਬਸ ਉਹੀ ਸ਼ੋਭਾ ਪਾਉਂਦੇ, ਉਹਨਾਂ ਦੀ ਸ਼ੋਭਾ ਦੇ ਉਹੀ ਭਾਗਾਂ ਵਾਲੇ ਜੇ। ਅਤੇ ਜਿਹੜੇ ਅਜੇ ਤੱਕ ਇਸ ਦਰਬਾਰ 'ਚ ਨਹੀਂ ਆ ਪਾਏ, ਹਰਗੁਰ ਕਰਤੇ ਦੇ ਦਰ 'ਤੇ ਨਹੀਂ ਆ ਪਾਏ, ਅਸੀਂ ਕਹਿ ਸਕਦੇ ਹੋ ਨਾ ਵੇ ਸ਼ਾਇਦ ਸਾਡੇ ਕੋਲ ਬੋਲ ਤੇ ਤਾਬ ਨਹੀਂ ਨਾ, ਪਰ ਮਹਾਰਾਜ ਦੱਸਦੇ ਨੇ ਓਏ ਵਿਚਾਰੇ ਕਿਆ ਕਰੇ। ਹੁਣ ਉਹ ਵਿਚਾਰੇ ਕੀ ਕਰਨ? ਉਹ ਵਿਚਾਰੇ ਨੇ ਪਿੱਛੇ ਕਿਹੜੇ? ਜਿਹੜੇ ਗੁਰਦਰਬਾਰਾਂ 'ਚ ਨਹੀਂ ਆ ਪਾਉਂਦੇ। ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ। ਅਸੀਂ ਤੇ ਕਿਸੇ ਗਰੀਬ ਨੂੰ ਮੰਦੇ ਭਾਗਾਂ ਵਾਲਾ ਕਹਿਦੇ ਨੇ, ਬੜੇ ਮਾੜੇ ਕਿਸਮਤ ਹੈ। ਨਹੀਂ ਭਾਈ, ਮਾੜੀ ਕਿਸਮਤ ਉਹਨਾਂ ਦੀ ਹੈ ਜਿਹੜੇ ਆਪਣੇ ਗੁਰਕਰਤੇ ਦੀ ਸੰਗਤ ਨਹੀਂ ਕਰ ਪਾ ਰਹੇ, ਜਿਹੜੇ ਗੁਰਕਰਤੇ ਦੀ ਸੰਗਤਾਂ ਤੋਂ ਟੁੱਟ ਗਏ ਨੇ, ਨਿੰਦਾ ਚੁਗਲੀ 'ਚ ਪੈ ਗਏ ਨੇ, ਨਸ਼ੇ ਵਿਕਾਰ, ਉਹ ਮੰਦਭਾਗੀ ਨੇ, ਮੰਦਕਰਮੀ ਨੇ। ਜਿਹੜੇ ਨਸ਼ਿਆਂ 'ਚ ਗਲਤਾਨ ਹੋਏ ਨੇ, ਜਿਹੜੇ ਵਿਕਾਰਾਂ ਦੀ ਦਲਦਲ 'ਚ ਠੱਗੀਆਂ ਠੋਰੀਆਂ ਮਾਰਦੇ ਪਏ ਨੇ, ਉਹ ਨੇ ਜੋ ਬੰਦੇ ਭਾਗਾਂ ਵਾਲੇ। ਅੱਜ ਕਹਿੰਦੇ ਕਿ ਮਗਰ ਮਾਹੇ ਸੁਹੰਦੀਆਂ। ਸਮਝ ਸਕੀਏ ਮਗਰ ਦਾ ਮਤਲਬ ਅਰਥ ਕਰੀਏ ਜੀਵਨ। ਟੀਕਾਕਾਰੀ ਵਿੱਚ ਤੇ ਮਗਰ ਦਾ ਮਤਲਬ ਆ ਮਗਰ ਦੇ 30 ਦੇਣੀ ਹੈ ਨਾ, ਪਰ ਅਸੀਂ ਇਸ ਨੂੰ ਭਾਵਨਾਤਮਕ ਦਾਰਸ਼ਨਿਕ ਵਿਚਾਰ 'ਚ ਕਹਿੰਦੇ ਆ ਮਗਰ ਦਾ ਅਰਥ ਕਰਨਾ ਜੀਵਨ। ਜੀਵਨ ਦੇ ਵਿੱਚ ਸ਼ੋਭਾ ਕਿਹਨੂੰ ਮਿਲਦੀ ਹੈ? ਹਰ ਪਿਰ ਸੰਗ ਬੈਠੜੀਆ। ਜੀਵਨ ਵਿੱਚ ਸ਼ੋਭਾ ਉਹਨਾਂ ਦੀ ਜੋ ਆਪਣੇ ਪ੍ਰਭੂ ਨਾਲ ਬੈਠੇ ਨੇ। ਕਿਉਂਕਿ ਇਹ ਰੂਪਕ ਪਰਿਵਾਰਿਕ ਹੈ ਅਤੇ ਸਾਡੇ ਮੰਡਲਾਂ ਦੇ ਵਿੱਚ, ਸਾਡੇ ਸਮਾਜ ਵਿੱਚ
ਪਰਿਵਾਰਾਂ ਦੀ ਵਿਆਖਿਆਵਾਂ ਬਹੁਤ ਸੁੰਦਰ ਤਰੀਕੇ ਨਾਲ ਗੁਰਬਾਣੀ 'ਚ ਕੀਤੀਆਂ ਗਈਆਂ ਨੇ, ਕਿਉਂਕਿ ਅਸੀਂ ਪਰਿਵਾਰਾਂ ਵਾਲੇ ਹਾਂ। ਇਸ ਕਰਕੇ ਪਰਿਵਾਰਾਂ ਦੀਆਂ ਗੱਲਾਂ ਸਾਨੂੰ ਛੇਤੀ ਸਮਝ ਆ ਜਾਂਦੀਆਂ ਨੇ। ਅਤੇ ਘਰ ਪਰਿਵਾਰ 'ਚ ਸਮਾਜ ਧਾਰਾ ਵਿੱਚ ਜਦੋਂ ਪੜ੍ਹ ਕੇ ਸੁਣ ਕੇ ਸੰਸਾਰ ਨੂੰ ਦੇਖੀਦਾ ਹੈ ਅਤੇ ਸਭ ਤੋਂ ਵੱਧ ਸੁੰਦਰ ਸ਼ੋਭਾਵਾਨ ਪਰਿਵਾਰ ਕਿਹੜਾ ਹੁੰਦਾ ਹੈ। ਅਤੇ ਪਰਿਵਾਰ ਦਾ ਜਦੋਂ ਵੀ ਆਖਿਆ ਗੱਲ ਚੱਲਦੀ ਹੈ, ਉਹ 'ਚ ਕਿਤੇ ਪਤੀ ਪਤਨੀ ਦੀ ਜ਼ਿਕਰ ਹੈ, ਕਿਤੇ ਮਾਤਾ ਪਿਤਾ ਦਾ ਜ਼ਿਕਰ ਹੈ, ਕਿਤੇ ਸੰਤਾਨ ਦਾ ਜ਼ਿਕਰ ਹੈ। ਇਹ ਤਿੰਨ ਧਾਰਾਵਾਂ ਇੱਕ ਪਰਿਵਾਰ ਦੀ ਮੂਲ ਧਾਰਾਵਾਂ ਨੇ। ਮਾਤਾ ਪਿਤਾ ਵਡੇਰੇ ਬਜ਼ੁਰਗ ਹੋਣਗੇ, ਪਤੀ ਪਤਨੀ ਜੋ ਮੁਖੀ ਧਾਰਾ 'ਚ ਕੰਮ ਕਰਦੇ ਨੇ ਉਹਨਾਂ ਦੀ ਸੰਤਾਨ ਹੋਏਗੀ। ਇੱਕ ਪਰਿਵਾਰ ਦਾ ਦਾਰੋ ਮਦਾਰ ਕਿਸੇ ਖਾਸ ਮੁਖੀ ਪਤੀ ਪਤਨੀ 'ਤੇ ਟਿਕਿਆ ਹੁੰਦਾ। ਅਤੇ ਫਿਰ ਸਭ ਤੋਂ ਸੋਹਣਾ ਪਰਿਵਾਰ ਕਿਹੜਾ ਹੁੰਦਾ ਹੈ? ਜਿਨ੍ਹਾਂ ਦੇ ਪਤੀ ਪਤਨੀ ਦੀ ਆਪਸ ਵਿੱਚ ਤਾਲਮੇਲ ਵਧੀਆ ਬੈਠਾ ਹੋਵੇ, ਜਿਹੜੇ ਇੱਕ ਦੂਜੇ ਤਰ੍ਹਾਂ ਚੰਗੀ ਨਿਭਾ ਰਹੇ ਨੇ, ਜਿਨ੍ਹਾਂ ਦਾ ਇੱਕ ਦੂਜੇ ਨਾਲ ਸੋਹਣੀ ਬਣਤਰ ਬਣੀ ਹੈ। ਅਸੀਂ ਕਹਾਂਗੇ ਇਹ ਪਰਿਵਾਰ ਭਾਗਾਂ ਵਾਲਾ ਭਾਈ, ਜਿਨ੍ਹਾਂ ਦੇ ਘਰ ਕਦੇ ਕਲੇਸ਼ ਨਹੀਂ ਪਿਆ। ਆਪਣੇ ਪਰਿਵਾਰਾਂ 'ਚੋਂ ਦੇਖਣਾ ਕਦੇ। ਅਸੀਂ ਫਿਲਾਸਫੀ 'ਚ ਜਦੋਂ ਉਹਨਾਂ ਦਾ ਸਰਵੇ ਲਗਭਗ ਹਰ ਥਾਂ ਪੜ੍ਹਦੇ ਸੁਣਦੇ ਰਹੀਦਾ ਨਾ, ਐਵਰੇਜ ਸਰਵੇ ਕਰਨਾ ਹੋਵੇ ਨਾ, ਅਤੇ ਆਪਣੇ ਤੋਂ ਆਪਣੇ ਹਮ ਉਮਰ, ਆਪਣੇ ਹਮ ਰੁਤਬੇ ਕਰਕੇ, ਅਮੀਰੀ ਕਰਕੇ, ਸਭ ਬਰਾਬਰ ਦੇ ਜੋ ਜਿੰਨੇ ਕੁ ਨੁਕਤੇ ਸਮਝ ਸਕੀਏ, ਉਹਨਾਂ ਤੋਂ ਆਪਣੇ ਤੋਂ ਵੱਡੇ ਅਤੇ ਆਪਣੇ ਤੋਂ ਛੋਟੇ, ਆਪਣੇ ਤੋਂ ਬਰਾਬਰ ਦੇ 10-10 ਪਰਿਵਾਰਾਂ ਦਾ ਦਰਸ਼ਨ ਕਰਕੇ ਦੇਖੀਏ, ਉਹਨਾਂ ਵਿੱਚੋਂ ਸਾਨੂੰ ਲੱਭ ਜਾਏਗਾ ਸਭ ਤੋਂ ਭਾਗਾਂ ਵਾਲਾ ਪਰਿਵਾਰ ਕਿਹੜਾ। ਆਪਣੇ ਆਲੇ ਦੁਆਲੇ ਦੇ 10 ਪਰਿਵਾਰ ਦੇਖੀਏ, ਉਹਨਾਂ 10 ਦੇ ਵਿੱਚ ਦੇਖੀਏ ਕਿਹੜਾ ਪਰਿਵਾਰ ਹੈ ਜਿਨ੍ਹਾਂ ਦੇ ਘਰ ਕਦੇ ਕਲੇਸ਼ ਨਹੀਂ ਪਿਆ। ਪਤੀ ਪਤਨੀ ਦਾ ਆਪਸ 'ਚ ਕਦੇ ਕਲੇਸ਼ ਨਹੀਂ ਬਾਹਰ ਸੁਣਨ 'ਚ ਆਇਆ, ਅਤੇ ਕਹਿ ਸਕਾਂਗੇ ਇਹ ਪਰਿਵਾਰ ਭਾਗਾਂ ਵਾਲਾ ਹੈ। ਅਤੇ ਜਿਨ੍ਹਾਂ ਦੇ ਘਰ ਨਿਤ ਕਲੇਸ਼ ਪੈਂਦਾ ਹੈ, ਭਾਵੇਂ ਅਮੀਰੀ ਕਿਤਨੀ ਹੋਵੇ, ਜਿਨ੍ਹਾਂ ਦੀ ਆਪਸ 'ਚ ਕਦੇ ਬਣਤਰ ਨਹੀਂ ਬਣੀ, ਭਾਵੇਂ ਕਿਤਨੇ ਅਮੀਰੀ ਹੋਵੇ, ਕਿਤਨੇ ਸੁੰਦਰ ਹੋਣ, ਕੀ ਫਰਕ ਪੈਂਦਾ। ਇਹ ਸੰਸਾਰ ਦੀਆਂ ਸੁੰਦਰਤਾਵਾਂ ਕੋਈ ਮਾਇਨੇ ਨਹੀਂ ਰੱਖਦੀਆਂ। ਇਹ ਸੰਸਾਰ ਦੇ ਚਿੱਟੇ ਸਾਡੇ ਰੰਗ, ਸਾਡੇ ਸ਼ਿੰਗਾਰ, ਸਾਡੇ ਹਾਰ ਹੰਗਾਰ, ਇਹ ਸਭ ਲੋਕਾਂ ਲਈ ਹੁੰਦੇ, ਲੋਕਾਂ ਨੂੰ ਆਕਰਸ਼ਿਤ ਕਰਨ ਲਈ ਹੁੰਦੇ ਨੇ। ਪਰ ਆਪਣੇ ਨਿੱਜੀ ਜੀਵਨ ਵਿੱਚ ਸਾਡੇ ਕੁਝ ਗੁਣ ਕੰਮ ਕਰਦੇ ਨੇ, ਸਾਡੀਆਂ ਕੁਝ ਅਕਲਾਂ ਕੰਮ ਕਰਦੀਆਂ ਨੇ, ਸਾਡੀਆਂ ਕੁਝ ਨਿਭਾਉਣ ਦੀ ਜੁਗਤ ਅਤੇ ਬਣਤਰਾਂ ਕੰਮ ਕਰਦੀਆਂ ਨੇ। ਇਸੇ ਕਰਕੇ ਮਹਾਰਾਜ ਨੇ ਪਾਵਨ ਬਾਣੀ 'ਚ ਸਦਾ ਸੁੰਦਰਤਾ ਦਾ ਜ਼ਿਕਰ ਕੀਤਾ, ਸ਼ੋਭਾ ਦਾ ਜ਼ਿਕਰ ਕੀਤਾ, ਪਰ ਸੰਸਾਰ ਦੀ ਸੁੰਦਰਤਾ ਦਾ ਜ਼ਿਕਰ ਨਹੀਂ ਕੀਤਾ। ਇੱਥੇ ਅੰਦਰ ਦੀ ਮਨ ਦੀ ਸੁੰਦਰਤਾ ਦਾ ਜ਼ਿਕਰ ਕੀਤਾ। ਹਰ ਪਿਰ ਸੰਗ, ਪਿਰ ਕਹਿੰਦੇ ਪ੍ਰੀਤਮ ਪਤੀ। ਜਿਸ ਜੀਵ ਦੀ ਜਿਵੇਂ ਘਰ ਪਰਿਵਾਰ ਪਤੀ ਪਤਨੀ ਦੀ ਆਪਣੇ ਪਤੀ ਨਾਲ ਬੈਠਿਆ ਸ਼ੋਭਾ ਬਣਦੀ ਹੈ, ਕਿਸੇ ਹੋਰ ਨਾਲ ਬੈਠਿਆਂ ਸ਼ੋਭਾ ਨਹੀਂ ਬਣਦੀ ਨਾ, ਬਦਨਾਮੀ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਜੀ ਆਪਣੇ ਗੁਰੂ ਕਰਤੇ ਦੇ ਨਾਲ ਬੈਠੇ ਨੇ ਉਹਨਾਂ ਦੀ ਸ਼ੋਭਾ ਹੁੰਦੀ ਹੈ। ਜਿਹੜੇ ਗੁਰੂ ਕਰਤੇ ਨੂੰ ਛੱਡ ਕੇ ਕਿਧਰੇ ਹੋਰ ਚਲੇ ਜਾਂਦੇ ਨੇ ਉਹਨਾਂ ਦੀ ਸ਼ੋਭਾ ਨਹੀਂ ਹੁੰਦੀ, ਉਹਨਾਂ ਨੂੰ ਫਿਟਕਾਰਾਂ ਪੈਂਦੀਆਂ ਨੇ। ਇੱਕ ਪੁਰਾਣੀ ਗਾਥਾ ਆਪਣੀ ਸ਼ਾਇਦ ਸੁਣੀ ਹੋਵੇ, ਮਸਕੀਨ ਸਾਹਿਬ ਨੇ ਕਈ ਵਾਰ ਸੁਣਾਈ। ਇੱਕ ਚੰਗੇ ਭਲੇ ਹੂ ਬਹੁ ਚੰਗੇ ਆਪਣੇ ਆਪ ਨੂੰ ਕਹਿੰਦੇ ਕਹਾਉਂਦੇ ਗੁਰਸਿੱਖ, ਜਿਨ੍ਹਾਂ ਦਾ ਸੁੰਦਰ ਸਰੂਪ, ਚੰਗਾ ਸੋਹਣਾ ਸਰੂਪ, ਚੰਗੇ ਵਧੀਆ ਕੱਪੜੇ, ਉਹ ਕਹਿੰਦੀ ਕਹਾਉਂਦੀ ਕਿਸੇ ਮਜ਼ਾਰ 'ਤੇ ਚਲੇ ਗਏ। ਆਹ ਦਰਗਾਹਾਂ ਨੇ ਨਾ ਬੜੀਆਂ ਵੱਡੀਆਂ ਵੱਡੀਆਂ, ਕਿਸੇ ਦਰਗਾਹ 'ਤੇ ਚਲੇ ਗਏ। ਦਰਗਾਹ ਦੇ ਬਾਹਰ ਇੱਕ ਫਕੀਰ ਬੈਠਾ ਸੀ, ਸਧਾਨਾ ਮਸਤਾਨਾ ਜਿਹਾ ਫਕੀਰ। ਉਹ ਬੜੇ ਗੌਰ ਨਾਲ ਵੇਖ ਰਿਹਾ। ਇਹ ਉਸ ਲਾਈਨ 'ਚ ਲੱਗੇ ਨੇ ਜਿੱਥੇ ਲੋਕ ਦਰਗਾਹ ਜਾ ਕੇ ਆਪਣੇ ਜੋ ਚਾਦਰ ਚੁਦਰ ਚੜ੍ਹਾਉਂਦੇ ਨੇ, ਜੋ ਸਿਲਸਿਲਾ ਉਹਨਾਂ ਦਾ ਹੁੰਦਾ, ਸ਼ਰਧਾਲੂ ਉਹਨਾਂ ਦੇ ਜਾ ਰਹੇ ਨੇ, ਇਹ ਵੀ ਉਸ ਲਾਈਨ 'ਚ ਲੱਗਾ, ਚੰਗਾ ਸੋਹਣਾ ਸਰਦਾਰ ਹੈ। ਉਹ ਫਕੀਰ ਦੀਵਾਰ ਦੇ ਸਹਾਰੇ 'ਤੇ ਬੈਠਾ ਬਾਰ-ਬਾਰ ਇਹਦੇ ਵੱਲ ਤੱਕੀ ਜਾਂਦਾ, ਗੌਰ ਨਾਲ ਵੇਖਦਾ। ਇਸ ਨੇ ਸੋਚਿਆ ਕਿ ਸ਼ਾਇਦ ਫਕੀਰ ਮੇਰੇ ਲਿਬਾਸ ਤੋਂ ਪ੍ਰਭਾਵਿਤ ਹੈ, ਸਮਝਦਾ ਕਿ 4 ਪੈਸੇ ਵਾਲਾ ਹੈ, ਮੈਨੂੰ 4 ਪੈਸੇ ਵੱਧ ਦੇ ਦੇਣਾ, ਚੱਲ ਕੋਈ ਨਹੀਂ, ਦੇ ਦੇਖਦਾ ਬਾਬਾ ਮੰਗਤਾ ਹੋਣਾ। ਇਹਨੇ ਕੁਝ ਵੱਡਾ ਜਿਹਾ ਨੋਟ ਕੱਢਿਆ, ਬਾਬੇ ਵੱਲ ਉਲਾਰ ਦਿੱਤਾ। ਉਹਨੇ ਕਿਹਾ ਨਹੀਂ ਤੇਰੇ ਤੋਂ ਨਹੀਂ ਲੈਣੇ। ਕਹਿਣ ਲੱਗਾ ਤੂੰ ਕੀ ਇੱਥੇ ਬੈਠਾ ਭਿਖਾਰੀ ਨਹੀਂ? ਕਹਿਣ ਲੱਗਾ ਭਿਖਾਰੀ ਆ। ਇਹ ਸੱਚ ਹੈ ਕਿ ਭਿਖਾਰੀ ਆ? ਮੈਂ ਰੁਪਇਆ ਭੀਖ ਮੰਗਦਾ, ਪਰ ਤੂੰ ਭਾਵੇਂ 100 ਦੇ, ਤੇਰੇ ਤੋਂ ਨਹੀਂ ਲੈਣਾ। ਹੈਰਾਨ ਹੋ ਗਿਆ, ਰੁਪਇਆ ਮੰਗਦਾ ਫਿਰਦਾ ਹੈ ਅਤੇ ਮੈਂ ਤੈਨੂੰ ਵੱਡਾ ਸਾਰਾ ਨੋਟ ਦੇ ਰਿਹਾ, ਸ਼ਾਇਦ ਸਾਰੇ ਦਿਨ 'ਚ ਇੰਨੀ ਭੀਖ ਇਕੱਠੀ ਤੂੰ ਨਾ ਕਰ ਸਕੇ। ਕਹਿਣ ਲੱਗਾ ਨਹੀਂ ਤੇਰੇ ਤੋਂ ਨਹੀਂ ਗੱਲ ਬਣਦੀ। ਕਹਿਣ ਲੱਗਾ ਕਿਉਂ? ਕਹਿਣ ਲੱਗੇ ਜਿਹੜਾ ਆਪਣੇ ਘਰੋਂ ਰੱਜ ਕੇ ਨਹੀਂ ਆਇਆ, ਦੂਜੇ ਘਰ ਕੀ ਕਰੇਗਾ? ਹੈਰਾਨ ਹੋ ਗਿਆ ਕਿ ਮੈਂ ਤੇ ਚੰਗਾ ਭਲਾ ਖਾਂਦਾ ਪੀਂਦਾ ਪਰਿਵਾਰ। ਕਹਿਣ ਲੱਗੇ ਮੈਂ ਤੇਰੇ ਪਰਿਵਾਰ ਦੀ ਗੱਲ ਤੇ ਕਰਦਾ ਹੀ ਨਹੀਂ, ਮੈਂ ਤੇ ਇਤਨਾ ਜਾਣਦਾ ਹਾਂ ਕਿ ਤੂੰ ਸ਼ਕਲੋਂ ਸੂਰਤੋਂ ਲੱਗਦਾ ਗੁਰੂ ਨਾਨਕ ਦਾ ਸਿੱਖ ਹੈ। ਜੇ ਗੁਰੂ ਨਾਨਕ ਦਾ ਸਿੱਖ ਹੈ ਤਾਂ ਇੱਥੇ ਕੀ ਕਰਦਾ ਫਿਰਦਾ?
ਜੇ ਤੈਨੂੰ ਉੱਥੋਂ ਰਜੇਵਾਂ ਨਹੀਂ ਆਇਆ, ਗੁਰੂ ਨਾਨਕ ਦੇ ਦਰ ਤੋਂ ਤੈਨੂੰ ਕੁਝ ਨਹੀਂ ਮਿਲਿਆ, ਤੇ ਚੇਤਾ ਰੱਖ ਇੱਥੋਂ ਵੀ ਕੁਛ ਨਹੀਂ ਮਿਲਣਾ। ਜੇ ਤੈਨੂੰ ਗੁਰੂ ਨਾਨਕ ਦੇ ਦਰ ਤੇ ਬਹਿ ਕੇ ਤ੍ਰਿਪਤੀ ਨਹੀਂ ਆਈ, ਆਪਣੇ ਗੁਰੂ ਦੀ ਸੰਗਤ ਵਿੱਚੋਂ ਕੁਝ ਨਹੀਂ ਆਈ ਨਾ, ਇੱਥੇ ਐਵੇਂ ਧੱਕੇ ਤੋੜੇ ਖਾਏਗਾ, ਕੁਛ ਨਹੀਂ ਮਿਲਣਾ। ਯਾਦ ਰੱਖਣਾ, ਸੁਭਾ ਸਿਰਫ ਉਹਨਾਂ ਦੀ ਹੁੰਦੀ ਹੈ ਜੋ ਆਪਣੇ ਕੋ ਬੈਠਦੇ। ਗੁਰਬਾਣੀ 'ਚ ਬਹੁਤ ਪਿਆਰਾ ਬਚਨ, ਆਪਣੇ ਸਤਿਗੁਰ ਕੈ ਬੁਲਾਰੇ। ਆਪਣੇ ਕਿਸੇ ਹੋਰ ਦੇ ਸਤਿਗੁਰ ਆਪਣੇ ਹੋਣਗੇ ਭਾਈ, ਅਸੀਂ ਉਹਨਾਂ ਦੇ ਬਾਰੇ ਥੋੜ੍ਹਾ ਗੱਲ ਕਰਦੇ ਹਾਂ। ਆਪਣੇ, ਸਾਡੇ ਆਪਣੇ। ਜਿਵੇਂ ਭਾਈ ਸਾਹਿਬ ਗੁਰਦਾਸ ਸਾਹਿਬ ਜੀ ਨੇ ਬੜੀ ਪਿਆਰੀ ਤਾਂ ਗੱਲ ਕੀਤੀ ਹੈ ਵੀ ਕੋਈ ਬੱਚਾ ਗਲੀ ਵਿੱਚ ਰੋਂਦਾ ਫਿਰਦਾ ਹੋਵੇ, ਕੋਈ ਗੁਆਂਢੀ ਆ ਕੇ ਰੋਟੀ ਖਵਾ ਸਕਦਾ, ਠੀਕ ਹੈ, ਇੱਕ ਦਿਨ ਦੋ ਦਿਨ ਰੋਟੀ ਖਵਾ ਦੇਗਾ, ਹੋ ਸਕਦਾ ਕੋਈ ਲੀੜਾ ਕੱਪੜਾ ਵੀ ਲੈ ਕੇ ਪਾ ਦੇਵੇਗਾ, ਪਰ ਕੀ ਜੋ ਮਾਤਾ ਪਿਤਾ ਪਿਆਰ ਦੇਣਗੇ, ਜੋ ਪਿਤਾ ਸਿਰ 'ਤੇ ਹੱਥ ਰੱਖ ਕੇ ਲਾਡ ਪਿਆਰ ਦੇ ਦੇਗਾ, ਕੀ ਉਹ ਕਿਸੇ ਗੁਆਂਢੀ ਤੋਂ ਮਿਲ ਜੇਗਾ? ਤੇ ਸਭ ਦਾ ਜਵਾਬ ਹੈ ਨਹੀਂ। ਕਹਿਣ ਲੱਗੇ ਪਿਤਾ ਕੋ ਪਿਆਰ ਨਾ ਪੜੋਸੀ ਸੇ ਪਾਈ ਹੈ। ਪਿਤਾ ਦਾ ਜੋ ਪਿਆਰ ਹੈ ਨਾ, ਗੁਆਂਢੀ ਕਿਤਨੇ ਚੰਗੇ ਹੋਵਣ, ਗੁਆਂਢੀਆਂ ਤੋਂ ਨਹੀਂ ਮਿਲ ਸਕਦਾ। ਚੇਤਾ ਰੱਖਣਾ, ਸਾਨੂੰ ਅਗਰ ਸਮਝ ਆ ਜਾਏ, ਬਹੁਤ ਹੋਣਗੇ ਥਾਂ ਥਾਂ ਚੰਗੇ ਹੋਣਗੇ, ਪਰ ਆਪਣੇ ਗੁਰੂ ਪਿਤਾ ਤੋਂ ਬਿਨਾਂ ਪਿਆਰ ਕਿੱਥੋਂ ਮਿਲੇਗਾ? ਜਿਹੜੀਆਂ ਜੀਵਾਤਮਾਵਾਂ, ਜਿਹੜੀਆਂ ਜਿੰਦਾਂ, ਜਿਹੜੀਆਂ ਰੂਹਾਂ ਆਪਣੇ ਗੁਰ ਕਰਤੇ ਦੇ ਦਰ 'ਤੇ ਆ ਗਈਆਂ, ਅੱਜ ਮਹਾਰਾਜ ਕਹਿਣ ਲੱਗੇ ਇਹਨਾਂ ਦੀ ਸ਼ੋਭਾ ਹੈ। ਬਸ ਇਹੀ ਸ਼ੋਭਾਏ ਮਾਨ ਨੇ ਜੋ ਆਪਣੇ ਗੁਰ ਕਰਤੇ ਦਰ 'ਤੇ ਮਗਰ ਮਾਹੇ ਸੁਹੰਦੀਆਂ। ਜੀਵਨ ਵਿੱਚ ਉਹ ਜਿੰਦਾ, ਉਹ ਰੂਹਾਂ, ਉਹ ਜੀਵਾਤਮਾ ਜਾਂ ਉਹ ਮਨੁੱਖ ਸ਼ੋਭਾ ਪਾਉਂਦੇ ਨੇ ਜਿਹੜੇ ਹਰ ਪੀਰ ਸੰਗ ਬੈਠੜੀਆਂ ਆਪਣੇ ਗੁਰ ਕਰਤੇ ਦੇ ਨਾਲ ਬੈਠਦੇ ਨੇ। ਇਸ ਕਰਕੇ ਯਤਨ ਕਰਿਆ ਕਰੀਏ, ਜਿੱਥੇ ਵੀ ਬੈਠੀਏ ਆਪਣੇ ਗੁਰੂ ਨਾਲ ਬੈਠੀਏ। ਇੱਥੇ ਤੇ ਸੰਗਤ ਵਿੱਚ ਆਉਂਦਾ ਚਲੋ ਸੁਭਾਗ ਵੱਡੇ ਪੱਧਰ ਦਾ ਹੈ। ਘਰ ਪਰਿਵਾਰ ਸਫਰ ਆਦਿ ਕਰਦੇ ਵਰੀ ਤਾਂ ਆਪਣੇ ਗੁਰੂ ਦੇ ਨਾਲ ਹੀ ਰਹੀਏ, ਕਿਉਂਕਿ ਗੁਰੂ ਦੇ ਨਾਲ ਅਸਾਂ ਰਹਿਣਾ ਹੈ। ਗੁਰੂ ਤੇ ਹੈ, ਗੁਰੂ ਤੇ ਸਦਾ ਅੰਗ ਸੰਗ ਨੇ, ਬਸ ਅਸਾਂ ਨੇ ਗੁਰੂ ਦੇ ਨਾਲ ਰਹਿਣਾ ਹੈ। ਅਸੀਂ ਗੁਰੂ ਦਾ ਪੱਲਾ ਪਕੜ ਕੇ ਰੱਖਣਾ ਹੈ, ਤੇ ਗੁਰੂ ਤੇ ਹੈ, ਤੇ ਗੁਰੂ ਕਾ ਪੱਲਾ ਪਕੜਨ ਦੀ ਜੁਗਤ ਤੇ ਯਾਦ ਕਰਦੇ ਰਹੇ। ਗੁਰੂ ਮੇਰੇ ਸੰਗ ਸਦਾ ਹੈ, ਨਾਲੇ ਤੇ ਮੈਂ ਕੀ ਕਰਾਂ, ਸਿਮਰ ਸਿਮਰ ਤਿਸ ਸਦਾ ਸੰਭਾਲੇ। ਤੇ ਜੋ ਕੁਝ ਹੋ ਰਿਹਾ ਹੋਵੇ ਕਿ ਤੇਰਾ ਕੀਆ ਮੀਠਾ ਲਾਗੈ। ਤਿਨ ਕੀ ਸ਼ੋਭਾ ਕਿਆ ਗਣੀ, ਫਿਰ ਉਹਨਾਂ ਦੀ ਸ਼ੋਭਾ ਵਡਿਆਈ ਨੂੰ ਕਿਸ ਗਿਣਤੀ ਮਿਣਤੀ ਨਾ ਪਾਵਾਂਗੇ, ਕਿਆ ਗਿਣਤੀ ਕਰਾਂਗੇ ਉਹਨਾਂ ਦੀ, ਭਾਵ ਨਹੀਂ ਕਰ ਸਕਦੇ। ਉਹਨਾਂ ਦੀ ਸ਼ੋਭਾ ਵਡਿਆਈ ਇੰਨੀ ਜ਼ਿਆਦਾ ਹੋ ਜਾਂਦੀ ਹੈ, ਜਿਹੜੇ ਆਪਣੇ ਗੁਰਕਰਤੇ ਦੀ ਸੰਗਤ ਵਿੱਚ ਰਹਿੰਦੇ ਨੇ, ਜਿਹੜੇ ਆਪਣੇ ਗੁਰਕਰਤੇ ਦੇ ਪਿਆਰ ਵਿੱਚ ਰਹਿੰਦੇ ਨੇ, ਜਿਹੜੇ ਆਪਣੇ ਗੁਰਕਰਤੇ ਦੇ ਚਰਨਾਂ 'ਚ ਰਹਿੰਦੇ ਨੇ, ਉਹਨਾਂ ਦੀ ਸ਼ੋਭਾ ਤੇ ਵਡਿਆਈ ਨੂੰ ਕੋਈ ਗਿਣਤੀ ਮਿਣਤੀ ਦੇ ਨਾਪ ਤੋਲ ਹੀ ਨਹੀਂ ਸਕਦਾ। ਬਸ ਇਹੀ ਗੱਲ ਸਾਨੂੰ ਸਮਝ ਆ ਜਾਏ, ਜੇ ਉਹਨਾਂ ਦੀ ਕਿਸੇ ਦੀ ਨਹੀਂ ਤੇ ਸਾਡੇ ਕਿੱਦਾਂ ਕਰ ਸਕਦਾ ਹੈ, ਭਾਵ ਕੋਈ ਨਹੀਂ ਕਰ ਸਕਦਾ। ਜਿਹੜੇ ਜੀ ਆਪਣੇ ਗੁਰਕਰਤੇ ਨਾਲ ਜੁੜੇ ਰਹਿੰਦੇ ਨੇ, ਉਹਨਾਂ ਦੀ ਵਡਿਆਈ ਦੀ ਕੋਈ ਗਿਣਤੀ ਮਿਣਤੀ ਤਾਲ ਤੋਲ ਤੇ ਮੋਲ ਨਹੀਂ ਹੁੰਦਾ, ਉਹ ਅਮੁੱਲ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਨੇ। ਹਾਂ, ਅਗਲੀ ਗੱਲ ਕੀ ਹੈ, ਜਿਹੜੇ ਨਾਲ ਆਏ ਉਹਨਾਂ 'ਚੋਂ ਭਾਗ ਹੋਰ ਚੰਗੇ ਜੇ ਸਾਹਿਬ ਮੇਲੜੀਆਂ, ਜਿਨ੍ਹਾਂ ਨੂੰ ਸਾਹਿਬ ਜੀ ਨੇ ਆਪਣੇ ਨਾਲ ਮਿਲਾ ਲਿਆ। ਇਹ ਅਗਲੀ ਅਵਸਥਾ ਹੈ ਫਿਰ ਸਾਡੀ। ਅਸੀਂ 100 ਜੀ ਇੱਥੇ ਆ ਕੇ ਬੈਠਦੇ ਹਾਂ। ਹੁਣ 100 ਜੀ ਦੇ ਭਾਗ ਚੰਗੇ ਨੇ, ਗੁਰੂ ਨਾਨਕ ਦੀ ਸੰਗਤ ਮਿਲੀ, ਸਤ ਸੰਗਤ ਵਿੱਚ ਬੈਠਣ ਦਾ ਵਕਤ ਮਿਲਿਆ, ਸਾਡੇ 100 ਦੇ 100 ਜੀਆਂ ਦੇ ਭਾਗ ਚੰਗੇ। ਪਰ ਸਾਡੇ 'ਚੋਂ ਵੀ ਚੰਗੇ ਭਾਗ ਹੋਰ ਉਹਨਾਂ ਦੇ ਨੇ ਜਿਨ੍ਹਾਂ ਨੂੰ ਉਹ ਆਪ ਆਪਣੇ ਨਾਲ ਮਿਲਾ ਲੈਂਦੇ ਨੇ। ਜਿੱਥੇ ਇੱਕ ਵਚਨ ਹੈ, ਬਾਹਾਂ ਪਕੜ ਠਾਕੁਰ ਹਉ ਕੀਦੀ, ਕਿਸੇ ਦੀ ਬਾਂਹ ਪਕੜ ਕੇ ਆਪਣੇ ਨਾਲ ਜੋੜ ਲੈਣਾ, ਫਿਰ ਸਾਡੇ ਸਭ ਤੋਂ ਵੱਡੇ ਭਾਗ ਉਹਨਾਂ ਦੇ ਹੋਣਗੇ ਨਾ, ਜਿਹਨੂੰ ਗੁਰੂ ਕਹਿਣਾ, ਆ ਭਾਈ ਗੁਰਸਿੱਖ ਆਓ, ਆਓ ਜੀ ਤੂੰ ਆਓ ਹਮਾਰੇ। ਜਿਹਨੂੰ ਗੁਰਸਿੱਖ ਨੂੰ ਕਹਿਣ ਆ ਜਾ ਭਾਈ। ਆ ਕਦੇ ਕਦੇ ਅਸੀਂ ਵੇਖਿਆ, ਅਸੀਂ ਪੜ੍ਹਦੇ ਸੁਣਦੇ ਰਹਿੰਦੇ ਹਾਂ, ਅਸੀਂ ਆਏ ਗੁਰੂ ਦਰਸ਼ਨ ਸੰਗਤ 'ਚ ਬੈਠੇ, ਗੁਰੂ ਦੇ ਦਰਸ਼ਨ ਕੀਤੇ, ਸਾਨੂੰ ਬਰਕਤਾਂ ਮਿਲੀਆਂ। ਪਤਾ ਕਦੇ ਗੁਰੂ ਦੇਖਣ 'ਤੇ ਕੀ ਮਿਲੇਗਾ। ਅਸੀਂ ਅੱਜ ਜਿਤਨੇ ਜੀ ਇੱਥੇ ਬੈਠੇ ਆ, ਅਸੀਂ ਗਾਹੇ ਬਗਾਏ ਆਪਣੀ ਸਮਰੱਥਾ ਦੇ ਮੁਤਾਬਕ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਹਾਂ। ਜਿਤਨਾ ਵੀ ਕੋਈ ਕਰ ਸਕਦਾ ਭਾਈ, ਜਿਤਨੀ ਕਿਸੇ ਦੀ ਸਮਰੱਥਾ ਹੈ, ਜਿਤਨਾ ਮਨ ਟਿਕਿਆ ਹੋਏ ਕਰਦੇ ਆ। ਪਰ ਕਦੇ ਖਿਆਲ ਕਰੀਏ ਕਿ ਸਾਨੂੰ ਤੇ ਬਰਕਤਾਂ ਹੀ ਗੱਲ ਮਿਲਦੀ ਨਾ, ਪਰ ਜੇ ਗੁਰੂ ਸਾਹਿਬ ਦੇਖਣ, ਗੁਰੂ ਸਾਹਿਬ ਕਹਿਣਾ, ਆ ਗੁਰਸਿੱਖਾ ਮੈਂ ਤੇਰੀ ਉਡੀਕ ਕਰਦਾ ਪਿਆ, ਤੂੰ ਕਿੰਨੇ ਭਾਗਾਂ ਵਾਲਾ ਜੀ ਹੋਏਗਾ ਜਿਸ ਦੀ ਉਡੀਕ ਗੁਰੂ ਕਰਦੇ ਹੋਣਗੇ, ਜਿਹਨੂੰ ਗੁਰੂ ਆਪਣੇ ਨਾਲ ਮਿਲਾਉਂਦੇ ਹੋਣਗੇ। ਇੱਕ ਗਾਥਾ ਆਉਂਦੀ ਪਾਤਸ਼ਾਹ ਦਸ਼ਮੇਸ਼ ਦੀ ਜੀਵਨ ਕਹਾਣੀਆਂ 'ਚੋਂ। ਪਾਤਸ਼ਾਹ ਦਸ਼ਮੇਸ਼ ਜੀ
एक बार रोपड़ के इलाके की गत है, भाई सुजान राय वैद वो बड़ा लमेरा समा गुरु महाराज के दर्शन नहीं कर सके कि वैदगिरी का किता मिलिया तो मरीजों की सेवा करद्या करद्या बड़ा समा हो गया, महाराज के दर्शन ही नहीं किए। आनंदपुर नहीं पहुँचे रोपड़ तो, हालांकि बहुता दूर नहीं है पर जा ही नहीं पाए कदे। एक दिन पता लगा बड़ी संगत उत्साह विच है, पुछया भी की गल है, कहने लगे महाराज ने इस रस्ते तो लंघना है। तो सारी संगत उत्साहत है कि रात जाके महाराज के दर्शन करांगे। बेशक महाराज का पड़ाव नहीं है पर लंघदे लंघदे चंद पल महाराज की सवारी ठहरेगी तो संगतां दर्शन करनगियां। ਇਹਦੇ मन में है भी चलो आनंदपुर साहब नहीं जा पाए, हुण महाराज ने इस रस्ते तो लंघना है तो महाराज के दर्शन कर लांगे। करद्या 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 जदों सारी संगत महाराज के दर्शनों वास्ते उलीके हुए, जो आप कदे कदे कि नगर कीर्तन लंघना भी गली च आ जाओ, बाहर आ जाओ, सड़क पर आ जाओ, भी उस सवारी ने गलियां थोड़ा आना तो मुख रस्ते तो लंघना है। महाराज जी सवारी ने तो मुख रस्ते तो लंघना है, सारे मोड़ ते इकट्ठे हो रहे ने, ये भी चले तैयारी की। इन्हें नूं कोई व्यक्ति की आवाज़ आ गई, भाई मेरे घर बड़ा मरीज डाढ़ा बीमार है, मेरा पुत्र बड़ा बीमार है, आके देखो। हुण दुविधा पै गई ना, एक पासे गुरु के दर्शन, गुरु की संगत, दूजे पासे जो सेवा चाही हुई सी वैदगिरी की, वो च सुनेहा आ गया कि पुत्र बीमार है, माई कल्पदी आ गई है। इन्हें कहा चल दवा दे के छेती छेती आ जाएंगे, आके महाराज के दर्शन कर लांगे। दवा देन गए, उत्थे पुत्र डाढ़ा बीमार है, इलाज करद्या 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 समा ज़्यादा लग गया। जदों इलाज तो वापस आए देखिया महाराज की सवारी लंघ गई होनी आ। इन्ना चिर कित्थे महाराज ने कहिंदे सी मसां 2-4 पल ठहरना है, लंघद्या लंघद्या मत्था टेकना है। तो कहन लगा कोई गल नहीं, महाराज जी खुशी, जे महाराज ने सेवा लाई तो महाराज की सेवा है, ये भी तो प्यारे महाराज जी कौतक ही ने ना। कहंदे ने आए देखिया तो जिथे उन्होंने हट्टी सी, अपने वैदखाना सी, उत्थे भीड़ लगी हुई, बहुत सारी खलकत। ये हौली हौली अगे भी गई, पता नहीं कोई भाणा ना वरत गया होवे जो इन्नी खलकत दवाखाने दे अगे आके बैठी है। देखिया बहुत सारी संगत बाहर खड़ी है, किसी की हिम्मत नहीं अगे जाण दी, रोकिया होया वरजिया सब नूं। अगे गए तो देखिया जिस फट्टे ते मरीज बैठे इलाज वास्ते वैद का इंतज़ार करते होंदे सी, उन्हां फट्टियां ते महाराज बैठे हुए ने, पातशाह दशमेश बैठे ने। तो आउंदियां कहण लगे आ सुजान से तेरी उड़ीक करते पे सा, लंघना सी पर तेरी उड़ीक हो रही सी, तुसीं नहीं आए ना, तुहाडे दर्शन नहीं होए। संगत गुरु के दर्शन करन जांदी है तो गुरु कहंदे ने सुजान तेरे दर्शन नहीं होए, इस करके बैठे तेनों उड़ीकदे सां। हुण कितने भागां वाले होणगे वैद सुजान राय जी, कितने महान होणगे। बेशक उन्हां दी संसार दीयां हस्तियां इतिहासियां वड्डियां गाथावां असीं नहीं पढ़ पाउंदे, क्योंकि छुपे रहण दी चाह ने ਉਹ ने बस छुपे रहिंदे लुके रहिंदे हिरदे च जिन हर पाया तेने छुपाया उन्हां ते हिरदे च सांभिया। जिवें सिप दी मुख खुला हुंदा है, एक स्वात बूंद उन्हूं मिलदी है, मुख बंद कर सागर दी तलहटी च किते गहरे जाके छुप जाती है, क्योंकि हिरदे च मोती पनप रहे है ना, इस करके वो तरदी फिरदी नहीं है, वो गहरे टिक जाती है। जिन्हां हिरदियां च गुर करते दी अमृत बूंद सुहावनी टिक जाती है ना, फिर वो भटकना मुक जाती उन्होंने, उन्होंने बढ़ बढ़ के बोल मुक जाते हैं, श्रद्धा शांत हो जाता, टिकाओ आ जाता है। अज तो महाराज सानूं जे बाहर की गल कहिंदे, जिन्होंने साहिब ने अपने नाल आप मिलाया उन्होंने शोभा क्या गिणती करांगे, पर साढ़े को कोई गिणती मिणती नहीं। तिन की शोभा क्या गणी जे साहिब मेलड़ियाँ हुण पहचान की करिए। जिन्होंने मिल गए उन्होंने तो पता ही वड्डी गल, सानू किदां पता लगे भी किते सानू साहिब की बरकत मिली, साडे आले दुआले किसी नूं बरकत मिली, पहचान किवें होएगी। कहण लगे तन मन मौलिया राम सिओ। अपने बारे पहचान लभ सकते हैं, किसी के बारे लभना बड़ा मुश्किल है, क्योंकि साड़ी दृष्टि इतनी गहरी नहीं है कि असीं दूजे के बारे जान सकीए। जिस दिन संगत विच बैठे आ, कीर्तन करदे आ, सुणदे आ, बाणी पढ़दे आ, जपदे आ, तन मन मौलन लग पे, खेड़ा आ जाए, आनंद आ जाए। कदे कदे हुंदा अभ्यासी उन्हां दा जानकारी होवेगी, किसी दिन बाणी का पाठ करिए आनंद आ जाता है, कीर्तन सुनिए
ਆਨੰਦ ਰੂਹ ਖਿੜ ਜਾਂਦੀ ਹੈ। ਕਥਾ ਕਰਦਿਆਂ ਕਥਾ ਸੁਣਦਿਆਂ ਖੇੜਾ ਆ ਜਾਂਦਾ ਹੈ। ਕਦੇ ਕਦੇ ਸ਼ਬਦ ਦੀ ਕੋਈ ਤੁਕ, ਕੋਈ ਭਾਵ ਲਹਿਰ ਐਸੀ ਵਿਚਾਰ 'ਚ ਨਿਕਲਦੀ ਹੈ ਕਿ ਰੋਂਗਟੇ ਖੜੇ ਹੋ ਜਾਂਦੇ ਨੇ, ਆਨੰਦ ਆ ਜਾਂਦਾ ਹੈ। ਉਹਨੂੰ ਮੌਲਣਾ ਕਹਿੰਦੇ ਨੇ। ਖੇੜਾ, ਉਲਾਸ, ਉਤਸ਼ਾਹ। ਜਿਵੇਂ ਅਸੋਕਾ ਪਿਆ ਹੋਵੇ ਅਤੇ ਅਚਾਨਕ ਮੀਂਹ ਪੈ ਜਾਏ ਅਤੇ ਫਿਰ ਅਗਲੇ ਦਿਨ ਜਾ ਕੇ ਕਿਤੇ ਉਹਨਾਂ ਲੱਗਰਾਂ ਨੂੰ ਉਸ ਖੇਤੀ ਨੂੰ ਦੇਖੀਏ, ਉਹਨਾਂ 'ਚ ਆਨੰਦ ਹੁੰਦਾ ਹੈ। ਇਵੇਂ ਜਦੋਂ ਬਾਣੀ ਪੜ੍ਹਦੇ ਆ, ਬਾਣੀ ਸੁਣਦੇ ਆ, ਗੁਰੂ ਕੀ ਉਸਤਤ ਕਰਦੇ ਆ, ਸੁਣਦੇ ਆ, ਅੰਦਰ ਇੱਕ ਚਰਨਾਹਟ ਛਿੜ ਜਾਏ, ਰੋਂਗਟੇ ਖੜੇ ਹੋ ਜਾਣ, ਆਨੰਦ ਆ ਜਾਏ, ਗੱਚ ਭਰ ਜਾਏ, ਨੇਤਰ ਸਜਲ ਹੋ ਜਾਣ, ਸਮਝ ਲੈਣਾ ਮੌਲਣਾ ਅੱਜ ਗੁਰੂ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ। ਨਿਕਟਤਾ ਛੋਹ ਪ੍ਰਾਪਤ ਹੋਈ ਹੈ। ਔਰ ਸਾਨੁਭਵੀ ਕਹਿੰਦੇ ਨੇ ਕਿਤੇ ਸੁਰਤ ਸ਼ਬਦ ਦੇ ਨਜ਼ਦੀਕ ਵੀ ਚਲੀ ਜਾਏ ਨਾ, ਛੂਹ ਜਾਏ, ਤੇ ਸੁਰਤ ਨੂੰ ਕਿਹੋ ਜਿਹੀ ਚਰਨਾਹਟ ਫੀਲ ਹੁੰਦੀ ਹੈ, ਅਨੁਭਵ ਕੈਸਾ ਹੁੰਦਾ ਹੈ, ਮੋਟੇ ਮੋਟੇ ਤੌਰ 'ਤੇ ਸਮਝ ਸਕਦੇ ਆ। ਕਦੇ ਅਚਾਨਕ ਕਿਤੇ ਕਰੰਟ ਲੱਗ ਜੇ ਨਾ ਹੱਥ ਨੂੰ, ਤੇ ਇੱਕ ਚਰਨਾਹਟ ਸਰੀਰ 'ਚ ਫੈਲਦੀ ਹੈ ਨਾ, ਚੇਤਨਤਾ ਆ ਜਾਂਦੀ ਹੈ। ਸਭ ਕੁਝ ਉਸ 2 ਪਲਾਂ ਵਾਸਤੇ ਦੁਨੀਆ ਭੁੱਲ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਕਿਸੇ ਨੂੰ ਸ਼ਬਦ ਦੀ ਛੋਹ ਮਿਲਦੀ ਨਾ, ਦੁਨੀਆ ਭੁੱਲ ਜਾਂਦੀ ਹੈ। ਉਦੋਂ ਸਭ ਕੁਛ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਗਿਆਨ ਮੈਂ ਨਾ ਗਿਆਨ, ਮਤ ਮੈਂ ਨਾ ਮਤ ਹੈ। ਉਦੋਂ ਸਭ ਕੁਝ ਭੁੱਲ ਜਾਂਦਾ, ਦੁਨੀਆ ਭੁੱਲ ਜਾਂਦੀ ਹੈ। ਉਦੋਂ ਕੇਵਲ ਤੇ ਕੇਵਲ ਇੱਕ ਚਰਨਾਹਟ ਹੀ ਚੇਤੇ ਰਹਿ ਜਾਂਦੀ। ਅਨੁਭਵ ਹੁੰਦਾ ਖੇੜਾ, ਆਨੰਦ ਵਾਲਾ। ਕਹਿਣ ਲੱਗੇ ਪਹਿਚਾਨ ਮਾਤਰ ਹੀ ਕਹੇ, ਜਦੋਂ ਕਿਤੇ ਮਿਲੇ ਤਨ ਮਨ ਮੌਲਿਆ ਰਾਮ ਸਿਓ। ਮੌਲਣਾ ਖੇੜਾ ਆਨੰਦ ਦੇ ਜਿਹੜੇ ਪ੍ਰਭੂ ਨੂੰ ਮਿਲਾ ਲਏ, ਜਿਨ੍ਹਾਂ ਨੂੰ ਪ੍ਰਭੂ ਜੀ ਬਖਸ਼ਿਸ਼ ਦਿੰਦੇ ਨੇ, ਉਹਨਾਂ ਦਾ ਤਨ ਤੇ ਮਨ ਖਿੜ ਜਾਂਦਾ ਹੈ। ਮੌਲ ਦਾ ਆਨੰਦ ਦਾ ਕਿਹਦੇ ਨਾਲ? ਵਾਹਿਗੁਰੂ ਜੀ ਦੇ ਰਾਮ ਸਿਓ। ਇਹ ਬਖਸ਼ ਮਿਲਦੀ ਕਿੱਥੇ ਜੀ? ਇਹ ਬਰਕਤ ਪ੍ਰਾਪਤ ਕਿੱਥੇ ਹੁੰਦੀ? ਜਿਵੇਂ ਅਸੀਂ ਕਹਾਂਗੇ ਆ ਕੋਈ ਦਵਾਈ ਫਲਾਣੇ ਹਸਪਤਾਲ 'ਚ ਮਿਲਦੀ ਹੈ, ਕਿਸੇ ਨੂੰ ਕੋਈ ਫਲ ਪ੍ਰਾਪਤ ਕਰਨ ਦੇ ਫਲਾਣੇ ਫਲ ਮੰਡੀ 'ਚ ਜਾਓ ਜੀ, ਆਹ ਫਲਾਣੇ ਥਾਂ ਮਿਲਦਾ ਹੈ, ਆਹ ਫਲਾਣੇ ਥਾਂ ਮਿਲਦਾ ਹੈ। ਇਹ ਤਨ ਮਨ ਮੌਲਣ ਵਾਲੀ ਜੋ ਬਰਕਤ ਹੈ, ਇਹ ਕਿੱਥੇ ਮਿਲਦੀ ਹੈ? ਕਹਿਣ ਲੱਗੇ ਸੰਗ ਸਾਧ ਸਹੇਲੜੀਆਂ। ਇੱਥੇ ਸਾਧੂ ਸੰਗਤਾਂ ਦੇ ਵਿੱਚ ਹੀ ਕਦੇ ਕਦੇ ਬਰਕਤਾਂ ਵਰਤਦੀਆਂ ਨੇ। ਇਸੇ ਕਰਕੇ ਅਭਿਆਸੀ ਕਦੇ ਕਦੇ ਪੜ੍ਹਦੇ ਹੁੰਦੇ ਨੇ, ਉੱਥੇ ਅੰਮ੍ਰਿਤ ਵੰਡੀ ਹੈ ਸੁਖੀਆ ਹਰ ਕਰਨਾ। ਉਹ ਭਾਈ ਆਓ ਉੱਥੇ ਅੰਮ੍ਰਿਤ ਵੰਡੀਦਾ, ਉੱਥੇ ਅੰਮ੍ਰਿਤ ਵੰਡਿਆ ਜਾ ਰਿਹਾ, ਜਿਸ ਕਰਕੇ ਜੀਵਨ ਸੁਖੀ ਹੋ ਰਿਹਾ। ਆਓ ਇੱਥੇ ਆ ਜਾਓ, ਇੱਥੇ ਅੰਮ੍ਰਿਤ ਵਰਸਦਾ ਹੈ। ਪਤਾ ਨਹੀਂ ਸਾਡੇ ਚੋਂ ਕਿਹਨੂੰ ਛੋਹ ਮਿਲ ਜਾਣੀ ਹੈ। ਜਿਵੇਂ ਮੀਂਹ ਪੈਂਦਾ ਹੋਵੇ ਅਤੇ ਕਿਸ ਨੂੰ ਸਵਾਤੀ ਬੂੰਦ ਮਿਲਣੀ ਪਤਾ ਥੋੜ੍ਹਾ। ਮੀਂਹ ਤਾਂ ਪੈਂਦਾ ਹੈ, ਪਰ ਕਿਹਨੇ ਆਨੰਦ ਨਾਲ ਭਰ ਜਾਣਾ ਹੈ, ਸਾਨੂੰ ਦਾ ਕੋਈ ਦਾਵਾ ਨਹੀਂ ਹੈ। ਕਹਿਣ ਲੱਗੇ ਸਾਗ ਸਾਧ ਸਹੇਲੜੀਆਂ, ਸਤਸੰਗੀਆਂ ਦੇ ਵਿੱਚ ਇਹ ਬਰਕਤ ਵਰਤੀ। ਇਸੇ ਕਰਕੇ ਸਾਨੂੰ ਹੁਕਮ ਹੈ ਸਤਸੰਗਤ ਕਰਿਆ ਕਰੋ। ਜਿਤਨਾ ਸਮਾਂ ਵੱਧ ਤੋਂ ਵੱਧ ਹੋ ਸਕੇ ਗੁਰਮੁਖ ਜਨਾਂ ਦੀ ਸੰਗਤ ਕਰਿਆ ਕਰੀਏ। ਸ਼ਾਇਦ ਇਸੇ ਕਰਕੇ ਸਾਡੀ ਰੋਜ਼ ਅਰਦਾਸ ਵਿੱਚ ਵਡੇਰਿਆਂ ਨੇ ਇੱਕ ਲਾਈਨ ਫਿੱਟ ਕਰ ਦਿੱਤੀ ਹੈ। ਆਪਾਂ ਕਹਿੰਦੇ ਭਾਵੇਂ ਆਪਾਂ ਰੂਟੀਨ 'ਚ ਹੀ ਕਹਿ ਜਾਂਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਗੁਰਮੁਖਾਂ ਦੀ ਸੰਗਤ ਅਤੇ ਗੁਰਮੁਖਾਂ ਦੀ ਤਲਾਸ਼ ਸਾਡੇ ਅਧਿਆਤਮਿਕ ਜੀਵਨ ਦੀ ਸਭ ਤੋਂ ਪਹਿਲੀ ਵਿਚਾਰ ਹੈ। ਇਹ ਅਫਸੋਸ ਹੈ ਇਸ ਗੱਲ ਦਾ ਕਿ ਅਸੀਂ ਅੱਜ ਨਿੱਜੀ ਜੀਵਨਾਂ ਵਿੱਚ ਗੁਰਮੁਖ ਵਿਚਾਰਧਾਰਾ ਤੋਂ, ਗੁਰਮੁਖ ਦਰਸ਼ਨ ਤੋਂ, ਗੁਰਮੁਖ ਸੰਗਤ ਤੋਂ ਟੁੱਟਦੇ ਚਲੇ ਜਾ ਰਹੇ ਹਾਂ। ਸਾਡੇ ਮਨਾਂ ਦੇ ਵਿੱਚ ਖੁਸ਼ਕੀਆਂ ਵਰਤ ਰਹੀਆਂ ਨੇ। ਗੁਰਦੇਵ ਕਿਰਪਾ ਕਰਨ, ਸਾਡੇ ਮਨਾਂ ਦੀਆਂ ਖੁਸ਼ਕੀਆਂ ਮਿਟਣ, ਸਤ ਸੰਗਤਾਂ ਦੇ ਪ੍ਰਤੀ ਭਾਵ ਆਵੇ, ਗੁਰਮੁਖ ਸੰਗਤਾਂ ਦੇ ਪ੍ਰਤੀ ਭਾਵ ਸਾਡੇ ਮਨਾਂ 'ਚ ਟਿਕੇ। ਕਹਿਣ ਲੱਗੇ ਤਨ ਮਨ ਮੌਲੇ ਆਰਾਮ ਸਿਓ, ਸੰਗ ਸਾਧ ਸਹੇਲੜੀਆਂ, ਸਾਧ ਜਨਾਂ ਤੇ ਬਾਹਰੀ ਸੇ ਰਹਿਣ ਅਕੇਲੜੀਆਂ। ਉਹ ਭਾਈ ਜਿਹੜੇ ਸਤ ਸੰਗਤ ਤੋਂ ਬਾਹਰ ਰਹਿ ਜਾਂਦੇ ਨੇ, ਸਾਧੂ ਸੰਗਤ ਤੋਂ ਦੂਰ ਰਹਿ ਜਾਂਦੇ ਨੇ, ਫਿਰ ਉਹਨਾਂ ਦੀ ਕੀ ਗੱਲ ਕਰੋਗੇ? ਸੇ ਰਹਿਣ ਅਕੇਲੜੀਆਂ। ਉਹਨਾਂ ਦਾ ਜ਼ਿਕਰ ਪੜ੍ਹਨਾ ਹੋਵੇ ਨਾ, ਆਸਾ ਕੀ ਵਾਰ ਦੇ 'ਚ ਦੱਸਿਆ ਨਾ, ਜਿਹੜੇ ਤਿਲਾਂ ਦੀ ਖੇਤੀ ਕਰਦੇ, ਜਿਨ੍ਹਾਂ ਦੇਖਿਆ ਹੋਣਾ, ਜਿਨ੍ਹਾਂ ਵਡੇਰਿਆਂ ਨੇ ਕਿਤੇ ਤਿਲਾਂ ਦੀ ਖੇਤੀ ਕੀਤੀ ਹੋਏਗੀ ਜਾਂ ਤਿਲਾਂ ਦੇ ਬੂਟੇ ਦੇਖੇ ਨੇ, ਜਦੋਂ ਤਿਲਾਂ ਦੇ ਫਲ ਪੱਕਦੇ ਨੇ, ਫਸਲ ਪੱਕ ਜਾਂਦੀ ਅਤੇ ਮਾਲਕ ਆਉਂਦੇ ਨੇ, ਸਾਰੇ ਤਿਲਾਂ ਦੇ ਬੂਟੇ ਸਾਂਭ ਲੈਂਦੇ ਨੇ, ਕਿਉਂਕਿ ਤਿਲ ਚਾਹੀਦਾ ਉਹਨਾਂ ਨੂੰ, ਤਿਲ ਮਿਲਦੇ ਨੇ। ਉਹਨਾਂ ਤਿਲਾਂ ਦੇ ਬੂਟਿਆਂ ਦੇ ਵਿੱਚ ਹੀ ਕੋਈ ਇੱਕ ਬੂਟਾ ਹੁੰਦਾ ਹੈ, ਜਿਨ੍ਹਾਂ ਦਾ ਕਿਸਾਨਾਂ ਮਾਲਕਾਂ ਨੂੰ ਪਤਾ ਹੁੰਦਾ ਹੈ ਵੀ ਇਸ ਬੂਟੇ ਦੇ ਵਿੱਚ ਤਿਲ ਨਹੀਂ ਗਏ, ਡੋਡੀਆਂ ਤੇ ਲੱਗੀਆਂ ਨੇ, ਪਰ ਇਹਨਾਂ ਡੋਡੀਆਂ ਦੇ ਵਿੱਚ ਦਾਣੇ ਨਹੀਂ ਗਏ, ਤਿਲ ਨਹੀਂ ਗਏ, ਸਵਾਹ ਹੈ, ਇਹ 'ਚੋਂ ਤੇਲ ਨਹੀਂ ਮਿਲਣਾ। ਇਸ ਕਰਕੇ ਫਿਰ ਉਹ ਜਦੋਂ ਆਪਣੀ ਫਸਲ ਸਾਂਭਦੇ ਨੇ ਅਤੇ ਉਹਨਾਂ ਨੂੰ ਛੱਡ ਦਿੰਦੇ ਨੇ,
ਜਿਹਨੂੰ ਕਿਹਾ ਨਾ, ਛੁੱਟੇ ਤਿਲ ਬੁਆੜ ਜਿਉਂ ਸੁੰਝੈ ਅੰਦਰ ਖੇਤ। ਹੁਣ ਬਾਕੀ ਸਾਰੀ ਫਸਲ ਸਾਂਭੀ ਗਈ, ਮਾਲਕ ਨੇ ਸਾਂਭ ਕੇ ਆਪਣੇ ਘਰ ਲੈ ਆਂਦੀ, ਪਰ ਉਸ ਬੁਆੜ ਤਿਲ ਨੂੰ ਕੌਣ ਸਾਂਭਦਾ ਹੈ? ਹੁਣ ਫਲੀਆਂ ਫੁਲੀ ਬਪੜੇ ਭੀ ਤਨ ਵਿੱਚ ਸਵਾ ਫੁੱਲ ਲੱਗੇ ਸਨ ਉਸ ਨੂੰ ਵੀ, ਹਰੇ ਪੱਤੇ ਮਿਲੇ ਸਨ ਉਸ ਨੂੰ ਵੀ, ਪਰ ਤਿਲ ਨਹੀਂ ਮਿਲੇ। ਤਿਲ ਨਾ ਮਿਲਣ ਕਰਕੇ ਛੱਡ ਦਿੱਤਾ ਗਿਆ। ਇਸੇ ਤਰ੍ਹਾਂ ਸਾਡੇ ਆਮ ਜੀਆਂ ਦੇ ਵਿੱਚ ਵੀ ਦੇਖਿਆ ਹੋਣਾ, ਰੋਜ਼ੀ ਰੋਟੀ ਵਾਸਤੇ ਧਨ ਕਮਾ ਰਹੇ ਨੇ ਸਾਰੇ, ਇਹ ਪੱਤੇ ਲੱਗੇ ਨੇ ਹਰੇ ਸਭ ਨੂੰ, ਰੋਜ਼ੀ ਰੋਟੀ ਤੇ ਕਮਾ ਹੀ ਰਹੇ ਨੇ, ਹਰੇ ਪੱਤੇ ਸਭ ਕੋ ਹੈਗੇ ਨੇ, ਖਾਣ ਪੀਣੇ ਹਰਿਆਵਲ ਹੈਗੀ ਹੈ, ਥੋੜ੍ਹਾ ਬਹੁਤਾ ਸਮਾਜਿਕ ਤਰੱਕੀਆਂ ਮਿਲੀਆਂ, ਫੁੱਲ ਵੀ ਖਿੜੇ, ਪਰ ਅੰਦਰ ਕੁਛ ਨਹੀਂ ਗਾ। ਐਸੇ ਲੋਕਾਂ ਦੇ ਅੰਦਰ ਜਿਨ ਕੁਛ ਵੀ ਨਹੀਂ, ਫਿਰ ਜਦੋਂ ਸਾਂਭਣ ਦਾ ਵਕਤ ਆਉਂਦਾ ਨਾ, ਗੁਰੂ ਕਰਤਾ ਉਹਨੂੰ ਸਾਂਭਦਾ ਨਹੀਂ, ਫਿਰ ਵਿਚਾਰੇ ਛੁੱਟੜ ਤਿਲ ਵਾਂਗ ਤੁਰੇ ਫਿਰਦੇ ਨੇ, ਭਟਕਦੇ ਫਿਰਦੇ ਨੇ। ਇਸੇ ਕਰਕੇ ਮਹਾਰਾਜ ਕਹਿਣ ਲੱਗੇ, ਭਾਈ ਸਾਧ ਜਨਾਂ ਤੇ ਬਾਹਰੀ, ਜਿਹੜੇ ਸਤ ਸੰਗਤ ਤੋਂ ਬਾਹਰੇ ਰਹਿ ਜਾਂਦੇ ਨਾ, ਫਿਰ ਉਹਨਾਂ ਦੀ ਕੋਈ ਸੰਭਾਲ ਨਹੀਂ ਜੇ ਕਰਦਾ, ਕਿਉਂਕਿ ਸਾਡੀ ਸੰਭਾਲ ਕੌਣ ਕਰੇਗਾ? ਸਾਡਾ ਗੁਰੂ ਕਰਤਾ ਕਰੇਗਾ। ਅਧਿਆਤਮਿਕ ਮੰਡਲ 'ਚ ਇੱਕ ਬਹੁਤ ਗਹਿਨ ਵਿਚਾਰ ਹੈ। ਅਸੀਂ ਕਦੇ ਕਦੇ ਉਹਨਾਂ ਦੇ ਬਾਰੇ ਟੀਕਾ ਟਿੱਪਣੀ ਬੇਸ਼ੱਕ ਕਰਦੇ ਰਹੇ ਨੇ ਇੱਕ ਦੂਜੇ ਦੇ ਬਾਰੇ, ਪਰ ਆਪਣੇ ਪੜ੍ਹਿਆ ਸੁਣਿਆ ਹੋਣਾ ਇਸਲਾਮਿਕ ਮੰਡਲਾਂ 'ਚ, ਈਸਾਈਅਤ ਮੰਡਲਾਂ ਦੇ ਵਿੱਚ, ਸਾਡੇ ਭਾਰਤੀ ਦਰਸ਼ਨ ਦੇ ਮੰਡਲਾਂ 'ਚ ਇੱਕ ਬਾਰੀਕ ਵਿਚਾਰ ਅਲੱਗ-ਅਲੱਗ ਨੁਕਤਿਆਂ ਤੋਂ ਸਾਂਭਣ ਕੇ ਵਿਚਾਰਨ ਦਾ ਯਤਨ ਕੀਤਾ ਗਿਆ। ਸਾਡੇ ਵਿੱਚ ਕੀ ਹੈ ਨਾ, ਕਿ ਜਦੋਂ ਕਿਤੇ ਧਰਮਰਾਜ ਦਾ ਵਕਤ ਆਉਂਦਾ, ਸਾਡਾ ਲੇਖਾ ਤੇ ਸਾਰਿਆਂ ਦੇ ਲੇਖੇ ਪੱਤੇ ਵਾਚਦਾ, ਕਰਮ ਵਾਚਦਾ ਹੈ, ਅਤੇ ਜਿਨ੍ਹਾਂ ਨੇ ਆਪਣੇ ਗੁਰੂ ਦੇ ਮੁਤਾਬਕ ਕਰਮ ਕੀਤੇ ਹੁੰਦੇ ਨੇ, ਉਹਨਾਂ ਦੇ ਕਰਮਾਂ ਦੇ ਫਲ ਮੁਤਾਬਕ ਸਵਰਗ ਜਾਂ ਨਰਕ ਮਿਲਦਾ। ਇਸ ਤੋਂ ਜੋ ਸਾਮੀ ਸਾਹਿਤ ਮੰਡਲ ਹੈ, ਜੋ ਪੂਰਬ ਪੱਛਮੀ ਦਰਸ਼ਨ ਹੈ, ਉਹ ਕਹਿੰਦਾ ਕਿ ਜਦੋਂ ਕਿਆਮਤ ਆਏਗੀ ਤੇ ਉਸ ਦਿਨ ਸਾਰੀਆਂ ਰੂਹਾਂ ਨੂੰ ਬੁਲਾਇਆ ਜਾਏਗਾ। ਜਿਨ੍ਹਾਂ ਰੂਹਾਂ ਦੀ ਜ਼ਾਮਾਨੀ ਉਹ ਜ਼ਮਾਨਤ ਮੁਹੰਮਦ ਸਾਹਿਬ ਲੈ ਲੈਣਗੇ, ਉਹਨਾਂ ਨੂੰ ਤੇ ਜੰਨਤ ਮਿਲ ਜਾਏਗੀ। ਜਿਨ੍ਹਾਂ ਦੀ ਜ਼ਮਾਨਤ ਈਸਾ ਸਾਹਿਬ ਲੈ ਲੈਣਗੇ, ਉਹਨਾਂ ਨੂੰ ਸਵਰਗ ਮਿਲ ਜਾਏਗਾ। ਅਤੇ ਜਿਨ੍ਹਾਂ ਦੀ ਜ਼ਮਾਨਤ ਇਹ ਨਹੀਂ ਲੈਣਗੇ, ਉਹਨਾਂ ਨੂੰ ਕੀ ਮਿਲੇਗਾ? ਦੋਜ਼ਖ ਦੀ ਅੱਗ ਮਿਲੇਗੀ, ਦੋਜ਼ਖ ਵਿੱਚ ਸਾੜੇ ਜਾਣਗੇ। ਇਹ ਗੱਲ ਕਹਿਣ ਦਾ ਮਤਲਬ ਹੈ ਕਿ ਜੇ ਸਾਡੀ ਬਾਤ ਪੁੱਛਣ ਵਾਲਾ ਕੋਈ ਵੀ ਨਹੀਂ ਹੋਇਆ ਤਾਂ ਸਾਡੀ ਬਣੇਗੀ ਕੀ? ਕਿਤੇ ਸਰੇ ਬਾਜ਼ਾਰ ਸਾਡੇ ਕੋਈ ਬਾਤ ਹੀ ਨਾ ਪੁੱਛਦਾ ਹੋਵੇ ਤੇ ਸਾਨੂੰ ਕੌਣ ਜਾਣੇਗਾ? ਅਸੀਂ ਇਸੇ ਕਰਕੇ ਗੁਰ ਚਰਨਾਂ ਚਾਹੁੰਦੇ ਕਿ ਸਾਡੇ ਗੁਰ ਬੌੜੀ ਕਰਨਗੇ। ਪਾਤਸ਼ਾਹ ਦਸ਼ਮੇਸ਼ ਜੀ ਦੀਆਂ ਗਾਥਾਵਾਂ ਦੇ ਵਿੱਚੋਂ ਇੱਕ ਗਾਥਾ ਆਪਾਂ ਕਦੇ ਕਦੇ ਸੁਣਦੇ ਪੜ੍ਹਦੇ ਹੁੰਦੇ ਹਾਂ, ਭਾਵੇਂ ਉਹ ਹਾਸ ਰਸ ਦੇ ਵਿੱਚ ਹੈ, ਹਾਸ ਰਸ ਦੇ ਮੰਡਲਾਂ ਦੇ ਵਿੱਚ ਹੀ ਉਹ ਗਾਥਾ ਪੜ੍ਹੀ ਪੜ੍ਹਾਈ ਸੁਣੀ ਸੁਣਾਈ ਜਾਂਦੀ ਹੈ। ਭਾਈ ਦਾਨ ਸਿੰਘ ਮਹਾਰਾਜ ਦੇ ਇੱਕ ਪਿਆਰੇ ਸੇਵਕ ਹੋਏ ਨੇ। ਜਦੋਂ ਪਾਤਸ਼ਾਹ ਦਸ਼ਮੇਸ਼ ਜੀ ਮਾਛੀਵਾੜੇ ਤੋਂ ਦਮਦਮਾ ਸਾਹਿਬ ਦੀ ਯਾਤਰਾ ਦੇ ਵਿਚਕਾਰ ਨੇ, ਖਿਦਰਾਣੇ ਕੀ ਢਾਬ ਦੇ ਜੰਗ ਤੋਂ ਪਹਿਲਾਂ, ਅਜੇ ਮਾਹੌਲ ਲੱਖੀ ਜੰਗਲ ਵਾਲਾ ਨਹੀਂ ਬਣਿਆ, ਅਜੇ ਮਹਾਰਾਜ ਦੇ ਕੋਲ ਟਾਵੀਂ ਟਾਵੀਂ ਸੰਗਤ ਇਕੱਠੀ ਹੋਣ ਲੱਗ ਪਈ, ਹੁਣ ਸਿੱਖ ਹੋਣ ਲੱਗ ਪਏ ਨੇ, ਅੰਮ੍ਰਿਤ ਸੰਚਾਰ ਹੋਣ ਲੱਗ ਪਏ ਨੇ। ਭਾਈ ਦਾਨ ਸਿੰਘ ਨੇ ਅੰਮ੍ਰਿਤ ਨਹੀਂ ਛਕਿਆ ਹੋਇਆ। ਕਹਿੰਦੇ ਭਾਈ ਦਾਨ ਸਿੰਘ ਦਾ ਸਰੂਪ ਪਤਾ ਕਿਹੜਾ ਸੀ? ਖੁੱਲ੍ਹਾ ਦਾੜਾ ਰੱਖਣਾ, ਪੱਗ ਬੰਨ੍ਹ ਲੈਣੀ, ਪਰ ਸਿਰ ਮਨਾਇਆ ਹੋਣਾ। ਇਹ ਪੁਰਾਣੇ ਲੋਕਾਂ ਦੇ ਅੱਜ ਵੀ ਕਿਤੇ ਕਿਤੇ ਕੁਝ ਐਸੇ ਬੰਦੇ ਹੈਗੇ ਨਾ, ਦਾੜੇ ਮੁੱਛ ਪ੍ਰਕਾਸ਼ ਪੂਰੇ ਦਾੜੇ ਨੇ ਅਤੇ ਸਿਰ ਦੇ ਵਾਲ ਮਨਾਏ ਹੋਏ ਨੇ। ਠੀਕ ਹੈ, ਅਸੀਂ ਕਹਾਂਗੇ ਫੈਸ਼ਨ, ਆਪਣੀ ਮਰਜ਼ੀ ਅਗਲੇ ਦੀ। ਇਹ ਦਾ ਭਾਈ ਦਾਨ ਸਿੰਘ ਵੀ ਇੱਦਾਂ ਹੀ ਰਹਿੰਦੇ ਸੀ। ਮਹਾਰਾਜ ਦੇ ਹਜ਼ੂਰ ਆਉਣਾ ਅਤੇ ਦਸਤਾਰ ਪੱਗ ਬੰਨ੍ਹ ਲੈਣੀ, ਬਾਹਰ ਵਿਚਰਨਾ ਅਤੇ ਆਪਣੇ ਉਂਝ ਵਿਚਰਦੇ ਰਹਿਣਾ। ਪਰ ਹੈ ਬਹਾਦਰ ਅਤੇ ਹੈ ਗੁਰੂ ਘਰ ਕਾ ਪ੍ਰੇਮੀ। ਇੱਕ ਦਿਨ ਮਹਾਰਾਜ ਕਹਿਣ ਲੱਗੇ, ਦਾਨ ਸਿਆਂ, ਹੁਣ ਤੁਸੀਂ ਦਾੜੀ 'ਤੇ ਸਾਬਤ ਰੱਖਦੇ ਹੀ ਹੋ, ਇੰਜ ਕਰੋ ਸਿਰ ਦੇ ਵਾਲ ਕੇਸ਼ ਵੀ ਰੱਖ ਲਓ। ਕਿਉਂਕਿ ਥੋੜ੍ਹਾ ਜਿਹਾ ਹਾਸ ਰਸਤਾ ਸੀਗਾ, ਮਜ਼ਾਕੀਆ ਟਾਈਪ ਦਾ ਸੀ। ਕਹਿਣ ਲੱਗਾ, ਮਹਾਰਾਜ ਮੈਨੂੰ ਕੁਛ ਨਹੀਂ ਹੋਰ ਚਾਹੀਦਾ, ਮੈਨੂੰ ਕੋਈ ਕਰਮ ਧਰਮ ਦੀ ਬਰਕਤ ਨਹੀਂ ਚਾਹੀਦੀ। ਮਹਾਰਾਜ ਹੱਸ ਕੇ ਕਹਿਣ ਲੱਗੇ, ਕਿਉਂ? ਕਹਿਣ ਲੱਗਾ, ਮਹਾਰਾਜ ਤੁਸੀਂ ਮਿਲ ਗਏ ਹੋ, ਤੁਹਾਡੇ ਤੋਂ ਅੱਗੇ ਕੋਈ ਦੁਨੀਆ ਹੋਰ ਹੈਗੀ? ਮੇਰੀ ਦੁਨੀਆ ਤੁਹਾਡੇ ਚਰਨਾਂ 'ਚ ਬਸ। ਮੈਨੂੰ ਕੁਛ ਨਹੀਂ ਚਾਹੀਦਾ, ਕੋਈ ਫਿਲਾਸਫੀ, ਕੋਈ ਗਿਆਨ, ਧਿਆਨ, ਕਰਮ, ਪੂਜਾ ਪਾਠ ਮੈਨੂੰ ਨਹੀਂ ਚਾਹੀਦਾ। ਮੈਨੂੰ ਤੁਹਾਡੇ ਚਰਨ ਮਿਲ ਗਏ, ਚਰਨ ਛੋਹ ਮਿਲਦੀ ਹੈ, ਤੁਹਾਡੀ ਸੰਗਤ ਮਿਲ ਗਈ, ਬਸ ਮੇਰੀ ਤੇ ਦੁਨੀਆ ਰੱਜ ਗਈ। ਮਹਾਰਾਜ ਹੱਸ ਕੇ ਕਹਿਣ ਲੱਗੇ, ਤਾਈਓ ਤੇ ਕਹਿੰਦੇ ਆ ਭਾਈ ਕੇਸ਼ ਰੱਖ ਲੈ। ਕਹਿਣ ਲੱਗਾ, ਮਹਾਰਾਜ ਕੀ ਕਰਨੇ ਆ? ਮਹਾਰਾਜ ਹੱਸ ਕੇ ਕਹਿਣ ਲੱਗੇ, ਭਾਈ ਦੇਖਿਆ ਨਾ, ਜਦੋਂ ਕਿਤੇ ਕੋਈ ਡੁੱਬਦਾ ਬੰਦਾ ਹੋਵੇ, ਅੱਜ ਇਹਨਾਂ ਨੂੰ ਕਿਤੇ ਸਵੀਮਿੰਗ ਤੈਰਾਕੀਆਂ 'ਚ ਗੋਤਾਖੋਰ ਟ੍ਰੇਨਿੰਗ ਮਿਲਦੀ, ਉਹਨੂੰ ਪਤਾ ਹੋਏਗਾ ਵੀ ਜਦੋਂ ਕੋਈ ਡੁੱਬਦਾ ਬੰਦਾ ਹੋਵੇ ਤਾਂ ਅਗਰ ਉਹਦੇ ਕੇਸ਼ ਖੁੱਲ੍ਹੇ ਹੋਣ ਅਤੇ ਕੇਸ਼ਾਂ ਨੂੰ ਹੱਥ ਪਾ ਲਓ ਅਤੇ ਬਚਾਉਣਾ ਆਸਾਨ ਹੋ ਜਾਂਦਾ। ਆਪ ਵੀ ਸੇਫ ਰਹੀਦਾ ਹੈ ਅਤੇ ਅਗਲੇ ਨੂੰ ਸੇਫਟੀ ਨਾਲ ਬਚਾ ਕੇ ਲਿਆਈਦਾ।
महाराज हस के कहने लगे ਜਦੋਂ ਕਿਤੇ ਕਿਸੇ ਕਰਮ ਖੇਤਰ ਕਰਕੇ ਜੇ ਨਰਕਾਂ 'ਚ ਭਵਜ ਡੁਬਕੀ ਖਾ ਰਿਹਾ ਹੋਏਗਾ ਨਾ ਤੇ ਤੇਰੇ ਕੇਸ ਫੜ ਕੇ ਕੱਢ ਲਾਂਗੇ। ਗੱਲ ਤੇ ਹਾਸੇ ਦੀ ਸੀ। ਕਹਿਣ ਲੱਗਾ ਮਹਾਰਾਜ ਫਿਰ ਕੀ ਉਹ ਦਾੜੀ ਫੜ ਕੇ ਕੱਢ ਲੈਣਾ। ਮਹਾਰਾਜ ਕਹਿਣ ਲੱਗੇ ਨਾ ਭਾਈ ਨਾ, ਇਹ ਗੱਲ ਨਹੀਂ ਕਦੇ ਕਰਨੀ। ਦਾੜੀ ਨੂੰ ਹੱਥ ਪਾਉਣਾ ਅਪਮਾਨ ਹੁੰਦਾ ਹੈ। ਅਸੀਂ ਕਿਸੇ ਦਾ ਅੱਜ ਵੀ ਯਾਦ ਰੱਖਣਾ, ਸਰੇ ਬਾਜ਼ਾਰ ਕਿਸੇ ਦੀ ਦਾੜੀ ਨੂੰ ਹੱਥ ਨਹੀਂ ਕੋਈ ਪਾਉਂਦਾ। ਅਗਰ ਗਲਤੀ ਨਾਲ ਕੋਈ ਪਾ ਲਵੇ ਤਾਂ ਲੋਕ ਮਰਨ ਮਾਰਨ ਤੱਕ ਚਲੇ ਜਾਂਦੇ ਨੇ। ਸਮਝ ਸਾਨੂੰ ਸਿਰਫ ਇਤਨੀ ਗੱਲ ਸਾਖੀ 'ਚ ਮਿਲਦੀ ਹੈ ਕਿ ਸਾਡਾ ਕੋਈ ਹੋਏਗਾ ਤੇ ਸਾਡੀ ਬਾਤ ਪੁੱਛੇਗਾ। ਸਾਡਾ ਕੋਈ ਸਿਰ 'ਤੇ ਹੋਏਗਾ ਸਾਈਂ ਤੇ ਸਾਨੂੰ ਡੁੱਬਦਿਆਂ ਨੂੰ ਸਾਨੂੰ ਪਹਿਚਾਨ ਕੇ ਬਚਾਏਗਾ। ਤੇ ਜੇ ਅਸੀਂ ਕਿਸੇ ਦੇ ਹੋਵਾਂਗੇ ਬਣਾਂਗੇ ਤਾਂ ਹੀ ਸਾਡਾ ਕੋਈ ਬਣੇਗਾ ਨਾ। ਸਾਡਾ ਕੋਈ ਤਾਂ ਹੀ ਬਣੇਗਾ ਜੇ ਅਸੀਂ ਕਿਸੇ ਦੇ ਬਣਾਂਗੇ। ਇਹ ਤੇ ਦੁਨੀਆ 'ਚ ਬਰਾਬਰ ਹੈ ਨਾ। ਅਸੀਂ ਕਿਸੇ ਦੇ ਬਣ ਕੇ ਰਹਾਂਗੇ ਤੇ ਕੋਈ ਸਾਡਾ ਬਣੇਗਾ। ਦੁੱਖ ਪਏਗਾ ਤੇ ਸਾਡੀ ਬਾਤ ਪੁੱਛੇਗਾ। ਮਹਾਰਾਜ ਕਹਿਣਗੇ ਚੇਤਾ ਰੱਖਣਾ, ਜਿਹੜੇ ਸਤ ਸੰਗਤ ਦੇ ਨਹੀਂ ਬਣੇ ਤੇ ਗਧੇ ਸਮਾਂ ਤੇ ਸਾਧੂ ਉਹਨਾਂ ਦੀ ਕਿਰਪਾ ਕਰਨਗੇ, ਪਰ ਜਿਹੜੇ ਸਤ ਸੰਗਤ 'ਚ ਆਏ ਨਹੀਂ ਉਹਨਾਂ ਦੇ ਕੀ ਕਰੀਏ। ਸਾਧ ਜਨਾਂ ਤੇ ਬਾਹਰੇ ਸੇ ਰਹਿਣ ਇਕੇਲੜੀਆਂ। ਫਿਰ ਉਹ ਜੀਵਾਤਮਾਵਾਂ ਕੱਲੀਆਂ ਭਟਕਦੇ ਨੇ ਉਜਾੜਾਂ ਦੇ ਵਿੱਚ। ਤਿੰਨ ਦੁੱਖ ਨਾ ਕਬਹੂ ਉਤਰੈ। ਉਹਨਾਂ ਦੇ ਜੀਵਨ ਵਿੱਚੋਂ ਕਦੇ ਦੁੱਖ ਮਿਟਦੇ ਨਹੀਂ ਗਏ, ਕਿਉਂਕਿ ਸਾਧ ਸੰਗਤ ਤੋਂ ਸਖਣੇ ਵਿਅਕਤੀ ਜੋ ਗੁਰੂ ਕੀ ਸੰਗਤ ਤੋਂ ਸਖਣੇ ਨੇ ਨਾ, ਉਹਨਾਂ ਦੇ ਜੀਵਨ ਦੇ ਕਦੇ ਦੁੱਖ ਮਿਟਦੇ ਨਹੀਂ ਗਏ। ਦੁੱਖ ਸਦਾ ਉਹਨਾਂ ਦੇ ਸਿਰ 'ਤੇ ਹਾਵੀ ਰਹਿੰਦੇ ਨੇ, ਕਿਉਂਕਿ ਇਕੱਲੇ ਮਨੁੱਖ ਨੂੰ ਕਿਤਨੇ ਕੁ ਦੁੱਖ ਹੁੰਦੇ ਨੇ। ਇਹ ਸਿਆਣੇ ਮੰਨਦੇ ਨੇ ਕਿ ਸ਼ਾਇਦ ਸਭ ਤੋਂ ਵੱਡਾ ਦੁੱਖ ਹੀ ਇਕੱਲੇ ਕਰ ਦੇਣਾ ਹੈ। ਔਰ ਜਿਹੜੇ ਇਕੱਲੇ ਰਹਿ ਜਾਂਦੇ ਨੇ ਫਿਰ ਉਹ ਅਸੀਂ ਸੁਣਿਆ ਪੜ੍ਹਿਆ, ਜਿਹੜੇ ਗੁਰੂ ਤੋਂ ਬਿਨਾਂ ਰਹਿ ਜਾਂਦੇ ਨੇ ਨਾ ਉਹ ਉਜਾੜਾਂ 'ਚ ਭਟਕਦੇ ਨੇ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਜਦੋਂ ਕਿਤੇ ਜੈਸਰੀ ਕੀ ਵਾਰ ਨੂੰ ਪੜ੍ਹੀਏ ਉਹ 'ਚ ਪਤਾ ਲੱਗਦਾ ਵੀ ਉਜਾੜ ਚਲੇ ਜਾਂਦੇ ਨੇ। ਜਿਹੜੇ ਪ੍ਰਭੂ ਦੇ ਪਿਆਰੇ ਨੇ ਉਹ ਤੇ ਸਤ ਸੰਗਤਾਂ ਦਾ ਰਸ ਮਾਣਦੇ ਨੇ, ਤੇ ਦੂਜੇ ਪਾਸੇ ਜਿਹੜੇ ਪ੍ਰਭੂ ਕੇ ਪਿਆਰ ਤੇ ਸਤ ਸੰਗਤ ਤੋਂ ਟੁੱਟ ਗਏ ਨੇ ਉਹ ਉਜਾੜ ਦੇ ਵਾਸੀ ਨੇ। ਤੇ ਉਜਾੜ ਦਾ ਮਤਲਬ ਕੋਈ ਬਾਤ ਨਹੀਂ ਪੁੱਛਦਾ। ਮਹਾਰਾਜ ਕਹਿਣ ਲੱਗੇ ਤਿੰਨ ਦੁੱਖ ਨਾ ਕਬਹੂ ਉਤਰੈ। ਫਿਰ ਉਹਦਾ ਕੀ ਬਣਦਾ ਹੈ? ਕਹਿਣ ਲੱਗੇ ਸੇ ਜਮ ਕੇ ਵਸ ਪੜੀਆਂ। ਜਿਨ੍ਹਾਂ ਦਾ ਕੋਈ ਵਾਲੀ ਨਾ ਹੋਏ, ਜਿਨ੍ਹਾਂ ਦੇ ਸਿਰ 'ਤੇ ਕੋਈ ਹੱਥ ਨਾ ਰੱਖੇ, ਫਿਰ ਉਹਨਾਂ ਦਾ ਵਾਰਿਸ ਕੌਣ ਹੋਏਗਾ? ਕਹਿਣ ਲੱਗੇ ਫਿਰ ਉਹ ਲਾਵਾਰਿਸ ਨੇ। ਤੇ ਲਾਵਾਰਿਸ ਜੀ ਫਿਰ ਕਿਹਦੇ ਖਾਤੇ ਪੈਣਗੇ? ਉਹਨਾਂ ਨੂੰ ਜੰਮ ਮਾਰ ਲਏਗਾ। ਅੱਜ ਵੀ ਬਾਜ਼ਾਰਾਂ ਸੰਸਾਰ ਦੇ ਜੰਗਲਾਂ 'ਚ ਵੇਖੀਏ, ਜਿਨ੍ਹਾਂ ਪਸ਼ੂਆਂ ਨੂੰ ਜਿਨ੍ਹਾਂ ਜੀਵਨ ਤੇ ਮਾਲਕ ਸਾਂਭਦੇ ਨੇ, ਨਹੀਂ ਤੇ ਫਿਰ ਪਸ਼ੂ ਆਉਂਦੇ ਨੇ ਸ਼ਿਕਾਰ ਕਰਕੇ ਮਾਰ ਕੇ ਲੈ ਜਾਂਦੇ ਨੇ, ਨਹੀਂ ਤੇ ਜੰਮ ਆਉਂਦਾ ਹੈ, ਜੰਮ ਮਾਰ ਕੇ ਲੈ ਜਾਂਦਾ ਹੈ। ਚੇਤਾ ਰੱਖਣਾ, ਗੁਰਸਿੱਖਾਂ ਦੇ ਨੇੜੇ ਜੰਮ ਨਹੀਂ ਜੇ ਆਉਂਦਾ। ਜੰਮ ਉਹਨਾਂ ਨੂੰ ਮਾਰਦਾ ਏ ਜੋ ਗੁਰਸੰਗਤ ਤੋਂ ਬਾਹਰੇ ਹੁੰਦੇ ਨੇ। ਜੋ ਗੁਰੂ ਕੀ ਸੰਗਤ ਵਿੱਚ ਹੈ, ਜੰਮ ਉਹਨਾਂ ਦੇ ਨੇੜੇ ਨੇ। ਆਪਨੇ ਪੜ੍ਹਿਆ ਹੋਣਾ ਹੈ। ਸਾਨੂੰ ਮਾਣ ਤੇ ਫਖਰ ਹੋਣਾ ਚਾਹੀਦਾ ਹੈ, ਹੇ ਸੱਚੇ ਪਾਤਸ਼ਾਹ ਤੇਰੀ ਰਹਿਮਤ ਦਾ ਤੇ ਪ੍ਰਤਾਪ ਇਤਨਾ ਵੱਡਾ ਹੈ। ਪ੍ਰਤਾਪ ਤੁਮਹਾਰਾ ਦੇਖ ਕੇ ਜਮਦੂਤ ਛੱਡ ਜਾਹੇ। ਤੁਹਾਡਾ ਤੇ ਪ੍ਰਤਾਪ ਇਤਨਾ, ਤੁਹਾਡਾ ਨਾਂ ਲੈਂਦੇ ਆ ਜਮ ਛੱਡ ਜਾਂਦਾ ਹੈ। ਜਿਨ੍ਹਾਂ ਦਾ ਤੇ ਸੁਣਿਆ ਹੋਏਗਾ ਨਾ, ਗੁਰੂ ਨਾਨਕ ਪਾਤਸ਼ਾਹ ਸਾਹਿਬ ਜੀ ਦ੍ਰਿਸ਼ਟੀ ਪੈਣ 'ਤੇ ਅਗਰ ਕਿਸੇ ਦੇ ਬਲਦੇ ਹੋਏ ਸ਼ਿਵੇ ਦੇ ਉੱਤੇ ਵੀ ਗੁਰੂ ਨਾਨਕ ਸਾਹਿਬ ਦੀ ਦ੍ਰਿਸ਼ਟੀ ਪੈ ਗਈ ਤੇ ਉਹ ਵੀ ਜੀ ਜਮਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਇਹ ਗਾਥਾ ਸੁਣੀ ਪੜ੍ਹੀ ਹੋਣੀ ਆ ਵੀ ਜਦੋਂ ਗੁਰੂ ਨਾਨਕ ਪਾਤਸ਼ਾਹ ਸਾਹਿਬ ਦੀ ਯਾਤਰਾਵਾਂ ਤੇ ਉਦਾਸੀਆਂ 'ਤੇ ਵਿਚਰਦੇ ਨੇ ਤੇ ਇੱਕ ਥਾਂ ਠੱਗ ਮਿਲ ਗਏ, ਲੁਟੇਰੇ ਮਿਲ ਗਏ। ਉਹਨਾਂ ਗੁਰੂ ਨਾਨਕ ਪਾਤਸ਼ਾਹ ਦਾ ਰਾਹ ਰੋਕ ਲਿਆ ਤੇ ਗੁਰੂ ਨਾਨਕ ਪਾਤਸ਼ਾਹ ਦੇ ਕੋਲ ਧਨ ਤੇ ਮਿਲਿਆ ਕੋਈ ਨਾ। ਉਹਨਾਂ ਚੁੱਕ ਕਹਿਣ ਲੱਗਾ ਇਹਨਾਂ ਕੋਲ ਧਨ ਤੇ ਹੈ ਨਹੀਂ ਤੇ ਕੀ ਕਰੀਏ ਇਹਨਾਂ ਦਾ? ਸਾਥੀ ਕਹਿਣ ਲੱਗੇ ਜੇ ਬਚ ਕੇ ਪਾਰ ਲੰਘ ਗਏ ਤੇ ਰੌਲਾ ਪਾਉਣਗੇ, ਮਾਰ ਦਿਓ। ਮਹਾਰਾਜ ਬੜੇ ਠਰਮੇ ਨਾਲ ਕਹਿਣ ਲੱਗੇ ਸਾਡਾ ਵੀ ਇੱਕ ਕੰਮ ਕਰ ਦਿਓ ਭਾਈ। ਉਹ ਕੀ? ਤੁਸੀਂ ਮਾਰ ਤੇ ਦੇਣਾ, ਜੰਗਲ ਹੈਗਾ, ਲੱਕੜਾਂ ਇਕੱਠੀਆਂ ਕਰੋ, ਸਾੜ ਵੀ ਦਿਓ। ਕਹਿਣ ਲੱਗੇ ਨਵਾਂ ਕੰਮ ਹੈ। ਚਲੋ ਕਹਿਣ ਲੱਗੇ ਕਰ ਦਿਆਂਗੇ, ਪਰ ਅੱਗ ਹੈ ਨਹੀਂ। ਮਹਾਰਾਜ ਨੇ ਨਿਗਾਹ ਪਾਈ, ਕਹਿਣ ਲੱਗੇ ਉਹ ਦੇਖੋ ਧੂੰਆਂ ਨਿਕਲਦਾ ਪਿਆ, ਉੱਥੋਂ ਅੱਗ ਲੈ ਆਓ। ਹੁਣ ਇੱਕ ਉਹਨਾਂ 'ਚੋਂ ਅੱਗ ਲੈਣ ਚਲਾ ਗਿਆ। ਉੱਥੇ ਦੇਖਦਾ ਕਿ ਸ਼ਿਵਾ ਬਲਦਾ, ਚਿਤਾ ਬਲਦੀ ਪਈ ਹੈ। ਚਿਤਾ ਦੇ ਬਲਦੀ ਪਈ ਦੇ ਕੋਲ ਲੋਕ ਇੱਕ ਕਾਲੇ ਲਿਬਾਸ ਵਾਲੇ ਤੇ ਚਿੱਟੇ ਲਿਬਾਸ 'ਤੇ ਝਗੜਾ ਕਰਦੇ ਪਏ ਨੇ, ਤੇ ਇੱਕ ਮਾੜੂਆ ਜਿਹਾ ਬੰਦਾ ਇੱਕ ਫੜ ਕੇ ਬਿਠਾਇਆ ਹੋਏ। ਉਹ ਸੀਗਾ ਤੇ ਲੁਟੇਰਾ। ਕਹਿਣ ਲੱਗਾ ਤੁਸੀਂ ਚੰਗੇ ਹੋ, ਸ਼ਿਵੇ ਬਲਦੇ ਦੇ ਕੋਲ ਵੀ ਲੜਦੇ ਪਏ ਹੋ। ਉਹ ਕਹਿਣ ਲੱਗੇ ਤੈਨੂੰ ਨਹੀਂ ਪਤਾ, ਇਹ ਬੜੇ ਮੰਦਕਰਮੀ ਸੀਗਾ। ਕਾਲੇ ਲਿਬਾਸ ਵਾਲੇ ਕਹਿਣ ਲੱਗੇ ਮੰਦਕਰਮੀ ਸਾਡਾ ਸ਼ਿਕਾਰ ਸੀ।
ਅਸੀਂ ਫੜ ਕੇ ਬੜੀ ਮੁਸ਼ਕਿਲ ਇਹਨੂੰ ਇੱਥੇ ਲਿਆਂਦਾ, ਇਹ ਲੱਕੜਾਂ ਇਕੱਠੀਆਂ ਕਰਕੇ ਆਤਮ ਘਾਤ ਕਰਕੇ ਤੇ ਪ੍ਰਾਣ ਹਾਰੇ। ਪਰ ਹੁਣ ਅੱਜ ਲਿਬਾਸ ਚਿੱਟਿਆਂ ਵਾਲੇ ਆ ਗਏ, ਇਹ ਦੇਵਗਣ ਆ ਗਏ ਤੇ ਦੇਵਗਣ ਖੋਹ ਕੇ ਸਾਡੇ ਤੋਂ ਲੈ ਚੱਲੇ ਨੇ। ਕਹਿੰਦੇ ਨੇ ਇਹ ਮੁਕਤ ਹੋ ਗਿਆ। ਕਹਿਣ ਲੱਗਾ ਇੱਦਾਂ ਕਿੱਦਾਂ ਕੋਈ ਮੁਕਤ ਹੋ ਜਾਂਦਾ ਹੈ? ਦੇਵਗਣ ਕਹਿੰਦੇ ਤੈਨੂੰ ਨਹੀਂ ਪਤਾ, ਇਸ ਦੇ ਉੱਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਪੈ ਗਈ ਹੈ, ਇਹ ਮੁਕਤ ਹੋ ਗਿਆ। ਜਿਹਦੀ ਦ੍ਰਿਸ਼ਟੀ ਪੈਣ ਨਾਲ ਮੁਕਤ ਹੋ ਗਿਆ ਉਹ ਕੌਣ ਹੈ? ਗੁਰੂ ਨਾਨਕ ਕਿੱਥੇ ਹੈ? ਦੇਵਗਣ ਕਹਿਣ ਲੱਗੇ ਜਿਨ੍ਹਾਂ ਨੂੰ ਤੂੰ ਮਾਰਨ ਵਾਸਤੇ ਆਇਆ ਨਾ ਉਹ ਗੁਰੂ ਨਾਨਕ ਹੀ। ਇਹ ਗਾਥਾ ਸਾਨੂੰ ਗੱਲ ਸਮਝਾਉਂਦੀ ਹੈ, ਜਿਸ ਉੱਤੇ ਵੀ ਗੁਰੂ ਨਾਨਕ ਦੀ ਦ੍ਰਿਸ਼ਟੀ ਪੈ ਜਾਂਦੀ ਹੈ ਉਹ ਸਾਰੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ। ਜਿਸ 'ਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਪੈ ਜਾਂਦੀ ਹੈ ਉਹ ਜਮਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ, ਮੁਕਤੀ ਦਾ ਦਾਨ ਉਸ ਨੂੰ ਮਿਲ ਜਾਂਦਾ ਹੈ। ਅਤੇ ਜਿਹੜੇ ਗੁਰੂ ਦੀ ਸੰਗਤ ਤੋਂ ਸੱਖਣੇ ਤੇ ਬਾਹਰ ਰਹਿ ਜਾਂਦੇ ਨੇ, ਸੇ ਜਮ ਕੈ ਵਸ ਪੜੀਆਂ, ਉਹ ਜਿੰਦਾਂ ਉਹ ਰੂਹਾਂ ਫਿਰ ਜਮ ਦੇ ਵਸ ਪੈਂਦੀਆਂ ਨੇ। ਅਤੇ ਪਿੱਛੇ ਅਸੀਂ ਸਿਲਸਿਲਾ ਬੜਾ ਲੰਬਾ ਚੌੜਾ ਪੜ੍ਹਿਆ ਨਾ ਅਲਾਹਣੀਆਂ ਦੇ ਵਿੱਚ, ਕਿ ਜੰਮ ਕੇ ਵਸ ਜਦੋਂ ਕੋਈ ਜੀ ਪਿਆ ਹੁੰਦਾ ਹੈ ਅਤੇ ਫਿਰ ਕੀ ਹਾਲਤ ਹੁੰਦੀ, ਗਲ ਸੰਗਲ ਸਿਰ ਮਾਰੇ ਉਭੋ, ਉੱਥੇ ਪਾਣੀ ਨਹੀਂ, ਭੋਜਨ ਨਹੀਂ, ਠੰਡਾ ਨਹੀਂ, ਕੁਛ ਨਹੀਂ, ਨਾ ਭੈਣ ਨਾ ਭਰਾ, ਬਸ ਉੱਥੇ ਤੇ ਜਮ ਜੰਦਾਰ ਹੈ ਅਤੇ ਅੰਧ ਗੁਬਾਰ ਹੈ। ਮਹਾਰਾਜ ਕਹਿੰਦੇ ਫਿਰ ਜੰਮ ਕੇ ਵਸ ਪੜੀਆਂ, ਉਹ ਜਿੰਦਾਂ ਜੰਮ ਦੇ ਵਸ ਪੈ ਜਾਂਦੀਆਂ ਨੇ। ਮਹਾਰਾਜ ਸਾਡੇ 'ਤੇ ਕਿਰਪਾ ਹੋਵੇ। ਕਿਹਨਾਂ ਦਾ ਬਚਾਅ ਹੁੰਦਾ? ਕਹਿੰਦੇ ਜਿਨੀ ਰਾਵਿਆ ਪ੍ਰਭ ਆਪਣਾ, ਜਿਹੜੇ ਆਪਣੇ ਪ੍ਰਭੂ ਦਾ ਰਾਵਣਾ ਕਹਿੰਦੇ ਨੇ ਸੇਵਾ ਕਰਕੇ ਉਹਦੇ ਨਿਕਟਤਾ ਨੂੰ ਮੰਨਣਾ। ਜਿਹੜੇ ਜਿੰਦਾਂ ਆਪਣੇ ਗੁਰ ਕਰਤੇ ਦੀ ਸੇਵਾ ਕਰਦੀਆਂ ਨੇ, ਗੁਰ ਕਰਤੇ ਦੀ ਸੇਵਾ ਦੇ ਸਦਕੇ ਉਹਦੀ ਨਿਕਟਤਾ ਦਾ ਰਸ ਮਾਣਦੀਆਂ ਨੇ, ਨਿਕਟਤਾ ਦਾ ਅਨੁਭਵ ਮਾਣ। ਜਿਵੇਂ ਅਸੀਂ ਹੁਣ ਇੱਥੇ ਆਪ ਜੀ ਬੈਠੇ ਹੋ, ਸਤ ਸੰਗਤ 'ਚ ਬੈਠੇ ਹੋ, ਬਾਣੀ ਪੜ੍ਹਦੇ ਸੁਣਦੇ ਹੋ, ਗਾਹੇ ਬਗਾਹੇ ਜਿਤਨੀ ਕੋਈ ਸੇਵਾ ਕਰ ਸਕਰੇ ਪਾ ਰਿਹਾ, ਕੋਈ ਬਾਣੀ ਪੜ੍ਹਨ ਦੀ, ਕੋਈ ਸੁਣਨ ਦੀ, ਕੋਈ ਬਾਹਰ ਜਿਤਨੀਆਂ ਸੰਗਤਾਂ ਦੀਆਂ ਸੇਵਾਵਾਂ ਹੋ ਰਹੀਆਂ ਨੇ, ਕੋਈ ਜਪ ਕਰ ਰਿਹਾ ਹੈ, ਇਹ ਜੇ ਆਪਣੇ ਗੁਰੂ ਦੀ ਨਿਕਟਤਾ ਪ੍ਰਾਪਤ ਕਰਨ ਦਾ ਯਤਨ ਹੈ। ਸਾਡੇ 'ਚੋਂ ਹੀ ਕੁਝ ਜੀ ਹੋਰ ਨਿਤਰਨੇ ਨੇ ਜਿਨ੍ਹਾਂ ਹੌਲੀ ਹੌਲੀ ਗੁਰੂ ਕੀ ਬਖਸ਼ਿਸ਼ ਨੂੰ ਗਹਿਰਾ ਮੰਨਣਾ ਹੈ, ਜਿਨ੍ਹਾਂ ਗੁਰੂ ਕੀ ਨਿਕਟਤਾ ਦਾ ਅਹਿਸਾਸ ਲੈਣਾ ਹੈ। ਕਹਿਣ ਲੱਗੇ ਜਿਨੀ ਰਾਵਿਆ ਪ੍ਰਵਿਆਪਣਾ ਸੇ ਦਿਸਨ ਨਿਤ ਖੜੀਆਂ। ਦਿਸਨ ਨਿਤ ਖੜੀਆਂ ਦਾ ਭਾਵ ਹੈ ਉਹ ਆਪਣੇ ਪ੍ਰੀਤਮ ਦੇ ਨਾਲ ਸਦਾ ਸ਼ੋਭਾ ਪਾਉਂਦੀਆਂ ਨੇ ਜਿੰਦਾਂ। ਜਿਵੇਂ ਆਰੰਭਕ ਕਸ ਬੇਨਤੀ ਕੀਤੀ ਨਾ ਕਿ ਰੂਪਕ ਪਰਿਵਾਰ ਦਾ ਜਿੱਥੇ ਪਤੀ ਪਤਨੀ ਇਕੱਠੇ ਨੇ ਉਹਨਾਂ ਦੀ ਸ਼ੋਭਾ ਬਹੁਤ ਜ਼ਿਆਦਾ ਹੈ। ਜਿੱਥੇ ਉਹਨਾਂ ਦੇ ਆਪੋ ਤ੍ਰਿੜਾਂ ਪੈ ਗਈਆਂ ਨੇ, ਕਲੇਸ਼ ਹੈ, ਲੜਾਈ ਝਗੜਾ, ਉਹ ਵਡਿਆਈ ਘਟ ਜਾਂਦੀ। ਅਤੇ ਕਿਸੇ ਕਾਰਨ ਤੋੜ ਵੀ ਛੋੜਾ ਹੋ ਜਾਏ ਅਤੇ ਫਿਰ ਕੌਣ ਮਾਣ ਸਨਮਾਨ ਕਰਦਾ? ਨਾ ਪਰਿਵਾਰ 'ਚ ਮਾਣ ਰਹਿ ਜਾਂਦਾ, ਨਾ ਸਮਾਜ ਵਿੱਚ ਕੋਈ ਮਾਣ ਰਹਿ ਜਾਂਦਾ, ਫਿਰ ਬਦਨਾਮੀਆਂ ਦੇ ਕਾਰਕ ਪੈਦਾ ਹੋ ਜਾਂਦੇ ਨੇ। ਅਤੇ ਜਿਹੜੇ ਆਪਣੇ ਪਤੀ ਨਾਲ ਖੜੀਆਂ ਨੇ ਉਹਨਾਂ ਦੀ ਇੱਜ਼ਤ ਹੈ, ਸ਼ੋਭਾ ਅਤੇ ਮਾਣ ਹੈ। ਇਵੇਂ ਹੀ ਜਿਹੜੇ ਆਪਣੇ ਗੁਰੂ ਕਰਤੇ ਦੇ ਨਾਲ ਨੇ ਉਹਨਾਂ ਦੀ ਇੱਜ਼ਤ ਅਤੇ ਮਾਣ ਹੈ। ਜਿਹੜੇ ਗੁਰੂ ਕਰਤੇ ਦਾ ਦਰ ਛੱਡ ਜਾਂਦੇ ਨੇ ਉਹਨਾਂ ਦੇ ਦਰ ਢੋਈ ਕਿਤੇ ਨਹੀਂ ਮਿਲਦੀ। ਕਹਿਣ ਲੱਗੇ ਜਿਹੜੇ ਸੇ ਦਿਸਨ ਨਿਤ ਖੜੀਆਂ ਉਹ 'ਤੇ ਸ਼ੋਭਾ ਪ੍ਰਾਪਤ ਕਰਦੀਆਂ ਨੇ। ਫਿਰ ਉਹਨਾਂ ਦੀ ਪਹਿਚਾਣ ਕੀ ਹੈ? ਰਤਨ ਜਵੇਹਰ ਲਾਲ, ਜਿਵੇਂ ਸੁਹਾਗਣਾ ਗਲ ਕੰਠ ਹਾਰ ਪਾਉਂਦੀਆਂ ਨੇ, ਤਮਾਮ ਸਮਾਜਿਕ ਤੌਰ 'ਤੇ ਨਿਸ਼ਾਨੀਆਂ ਹੁੰਦੀਆਂ ਲੋਕ ਵੀ ਸੁਹਾਗਣਾ ਨੇ। ਇਵੇਂ ਹੀ ਪ੍ਰਭੂ ਦੇ ਪਿਆਰਿਆਂ ਦੀ ਨਿਸ਼ਾਨੀਆਂ ਕੀ ਨੇ? ਉਹਨਾਂ ਦੇ ਕੋਲ ਪ੍ਰਭੂ ਦਾ ਨਾਮ ਹੈ, ਮਿੱਠੇ ਬੋਲ ਨੇ, ਸ਼ੁਭ ਗੁਣ ਨੇ, ਸਤ ਸੰਤੋਖ ਦਇਆ ਧਰਮ ਤੇ ਧੀਰਜ ਹੈ। ਉਹਨਾਂ ਦੇ ਜੀਵਨ ਵਿੱਚ ਮਿਠਾਸ ਹੈ, ਉਹਨਾਂ ਦੇ ਜੀਵਨ 'ਚ ਆਨੰਦ ਹੈ। ਜਿਵੇਂ ਇੱਥੇ ਗਹਿਣੇ ਪਾਏ ਹੁੰਦੇ ਨੇ ਉੱਥੇ ਭਗਤਾਂ ਨੇ, ਗੁਰਮੁਖ ਸੰਗਤਾਂ ਨੇ, ਜਿਹੜੇ ਗੁਰੂ ਕੇ ਪਿਆਰੇ ਨੇ ਉਹਨਾਂ ਦੇ ਵਾਹਿਗੁਰੂ ਜੀ ਕੇ ਨਾਮ ਦੇ ਗੁਣ ਹੁੰਦੇ ਨੇ। ਜਿਵੇਂ ਕੰਠ 'ਤੇ ਨਾ ਜੜੀਆਂ, ਜਿਵੇਂ ਗਲਵੱਕ 'ਚ ਉਹਨਾਂ ਨੇ ਹਾਰ ਪਾਏ ਨੇ, ਇਵੇਂ ਇਹਨਾਂ ਸ਼ੁਭ ਗੁਣਾਂ ਦਾ ਗਲਹਾਰ ਪਾਇਆ ਹੋਇਆ। ਇੱਕ ਬੇਨਤੀ ਸੀ ਕਰਦੇ, ਮਹਾਰਾਜ ਕਹਿੰਦੇ ਨੇ ਕਿਉਂਕਿ ਨਾਮ ਮਹਾਰਾਜ ਨੇ ਆਪਣਾ ਵਰਤਿਆ ਹੈ, ਅਸੀਂ ਆਪਣੇ ਵਾਸਤੇ ਕਿ ਨਾਨਕ ਬਾਛੈ ਧੂੜ ਤਿੰਨ। ਸਾਹਿਬ ਜੀ ਨੇ ਤੇ ਆਪਣਾ ਨਾਂ ਵਰਤ ਲਿਆ। ਦਰਅਸਲ ਸਿੱਖਿਆ ਸਾਡੇ ਲਈ ਹੈ ਕਿ ਅਸੀਂ ਤੁਸੀਂ ਬਸ ਇੱਕ ਚਾਹਤ ਰੱਖੀਏ। ਅਗਰ ਹੋਰ ਬਹੁਤ ਸਾਰਾ ਕੁਝ ਨਹੀਂ ਕਰ ਪਾ ਰਹੇ ਨਾ, ਤੇ ਕਮ ਸੇ ਕਮ ਇੱਕ ਚਾਹਤ ਤੇ ਰੱਖ ਸਕਦੇ ਹਾਂ। ਸਾਡੀ ਸਭ ਦੀ ਇੱਕ ਚਾਹਤ ਹੋਵੇ। ਚਾਹਤ ਕੀ ਹੋਵੇ? ਬਾਂਛੈ ਧੂੜ ਤਿੰਨ। ਅਸੀਂ ਉਹਨਾਂ ਦੀ ਚਰਨ ਧੂੜ ਦੀ ਇੱਛਾ ਕਰੀਏ। ਕਿਹਨਾਂ ਦੀ? ਜੋ ਪ੍ਰਭ ਸ਼ਰਣੀ ਦਰ ਪੜੀਆਂ, ਜਿਹੜੇ ਪ੍ਰਭੂ ਦੇ ਦਰ 'ਤੇ ਪ੍ਰਭੂ ਦੇ ਸ਼ਰਣੀ ਪਏ ਨੇ, ਜਿਹੜੇ ਪ੍ਰਭੂ ਕੇ ਪਿਆਰੇ ਨੇ, ਉਹਨਾਂ ਦੇ ਕਿਤੇ ਚਰਨ ਧੂੜ ਦੀ ਇੱਛਾ, ਚਰਨ ਧੂੜ ਪ੍ਰਾਪਤ ਕਰਨ ਦੀ ਲੋਚਾ ਸਾਡੇ ਅੰਦਰ ਹੋਵੇ। ਸਾਨੂੰ ਦੱਸਿਆ ਮਹਾਰਾਜ ਨੇ, ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਹੇ, ਨਾਨਕ ਬਾਂਛੈ ਧੂੜ ਤਿੰਨ। ਨਾਨਕ ਇਹ ਆਪਣਾ ਕਹਿੰਦਾ ਅਸੀਂ ਤੇ ਇੱਛਾ ਕਰਦੇ ਹਾਂ, ਚਾਹਤ ਰੱਖਦੇ ਹਾਂ ਉਹਨਾਂ ਗੁਰਮੁਖ ਜੀਆਂ ਦੀ ਚਰਨ ਧੂੜ।
ਸਿਆਣੇ ਤੇ ਮੰਨਦੇ ਨੇ ਇਹਨਾਂ ਗੁਰਸਿੱਖਾਂ ਦੀ ਧੂੜ ਉੱਡ ਕੇ ਵੀ ਕਿਤੇ ਨੇਤਰਾਂ 'ਚ ਪੈ ਜਾਏ ਨਾ ਤੇ ਦੁੱਖਾਂ ਤੋਂ ਬਚਾਅ ਹੋ ਜਾਂਦਾ। ਜਿਵੇਂ ਨਹੀਂ ਪਿਆਰੇ ਲੋਕ ਦਰਵਾਜ਼ਿਆਂ ਤੇ ਹੱਥ ਲਾ ਮਸਤਕ ਨੂੰ ਹੱਥ ਲਾਉਂਦੇ, ਠੀਕ ਹੈ ਅਸੀਂ ਟੀਕਾ ਟਿੱਪਣੀ ਕਰਦੇ ਹਾਂ, ਤਰਕ ਵਿਤਰਕ ਵਾਲੇ ਕਰੀ ਜਾਣ ਦਿਓ, ਹਰ ਇੱਕ ਦਾ ਆਪਣਾ ਕੰਮ ਹੈ, ਉਹਨੇ ਕਰੀ ਜਾਣਾ, ਕੋਈ ਕੀ ਕਰਦਾ ਕਿਉਂ ਕਰਦਾ ਕਰਨ ਦਿਓ, ਉਹਨੇ ਆਪਣਾ ਕੰਮ ਹੈ ਕਰਨਾ ਹੈ, ਤੁਸੀਂ ਆਪਣਾ ਕੰਮ ਕਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕੀ ਕਰ ਰਹੇ ਹੋ। ਨਾਨਕ ਬਾਦਸ਼ਾਹ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜਿਆ, ਫਿਰ ਕਹਿੰਦੇ ਮਗਰ ਪ੍ਰਭੂ ਆਰਾਧਨਾ। ਭਾਈ ਜੀਵਨ ਦੇ ਵਿੱਚ ਪ੍ਰਭੂ ਦੀ ਆਰਾਧਨਾ ਕਰਨੀ ਚਾਹੀਦੀ ਹੈ। ਪ੍ਰਭੂ ਦੀ ਖੁਸ਼ੀ ਕਿੱਦਾਂ ਮਿਲਦੀ ਹੈ? ਜਿਹੜੇ ਆਰਾਧਨਾ ਕਰਦੇ ਨੇ। ਇਸੇ ਕਰਕੇ ਹੁਕਮ ਹੈ ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੇ ਢੀਲਾ। ਸੰਤ ਸੇਵਾ ਆਰਾਧਨਾ ਦਾ ਸਰੂਪ ਬਾਹਰਲਾ ਕੀ ਹੈ? ਸੰਤ ਸੇਵਾ ਕਰ ਭਾਵਨੀ ਲਾਈਐ, ਤਿਆਗ ਮਾਨ ਹਠੀਲਾ। ਭਾਈ ਸਤ ਸੰਗਤ ਦੀ ਸੇਵਾ ਮਾਣ ਛੱਡ ਕੇ ਕਰੀਏ, ਹੱਠ ਛੱਡ ਕੇ ਕਰੀਏ, ਪ੍ਰੇਮ ਦੇ ਨਾਲ ਕਰੀਏ ਤੇ ਜੀਵਨ ਦੇ ਵਿੱਚ ਪ੍ਰਭੂ ਦੀ ਆਰਾਧਨਾ ਕਰੀਏ। ਮਗਰ ਪ੍ਰਭੂ ਦੀ ਆਰਾਧਨਾ, ਜੇ ਜੀਵਨ ਦੇ ਵਿੱਚ ਪ੍ਰਭੂ ਜੀ ਦੀ ਆਰਾਧਨਾ ਹੋ ਜਾਏ ਤੇ ਫਿਰ ਮਿਲਦਾ ਕੀ ਹੈ? ਬਾਹੜ ਨਾ ਜਨਮੜੀਆ, ਦੁਬਾਰਾ ਜਨਮ ਹੀ ਨਹੀਂ ਹੁੰਦਾ, ਮੁਕਤੀ ਮਿਲ ਜਾਂਦੀ ਹੈ, ਮਿਲਾਪ ਹਾਸਲ ਹੋ ਜਾਂਦਾ, ਪ੍ਰਭੂ ਦੀ ਨਿਕਟਤਾ ਮਿਲ ਜਾਂਦੀ। ਗੁਰਦੇਵ ਕਿਰਪਾ ਕਰਨ। ਅਸੀਂ ਇਹੀ ਤੇ ਯਾਚਨਾ ਕਰਦੇ ਹਾਂ, ਹੇ ਸੱਚੇ ਪਾਤਸ਼ਾਹ ਜਨਮ ਮਰਨ ਨਿਵਾਰ ਲਿਓ, ਜਨਮ ਮਰਨ ਦੇ ਬੰਧਨਾਂ ਚੋਂ ਕੱਟ ਤੇ ਬੇਨਤੀ ਕਰਦੇ ਹਾਂ ਕਿਰਤ ਕਰਮ ਕੇ ਵਿਛੜੇ, ਕਰ ਕਿਰਪਾ ਮਿਲ ਹੋ ਰਾਮ। ਚਾਰ ਕੁੰਟ ਦੇ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸ਼ਾਮ। ਇਤਨੇ ਕੁ ਬਚਨ ਪ੍ਰਵਾਨ ਕਰਨਾ, ਭੁੱਲ ਚੁੱਕ ਦੀ ਖਿਮਾ, ਆਸੀਸ ਅਤੇ ਪਿਆਰ ਦੇ ਫਤਿਹ ਬੁਲਾਵਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।